ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜੁਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ। ਨਮੋ ਕਰ ਜੋਰੀ ਜੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਗੁਰ ਤੇਗ ਬਹਾਦੁਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਤਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਗੁਰ ਕਾ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, आप लिहो तुम कथा सुधारी। हम ना सकत कर सिफत तुम्हारी, आप लिहो तुम कथा सुधारी। सतनाम श्री वाहिगुरु साहिब जी दोहरा, सुन कै सिंगन सबन ते परोपकार विसाल। नौ सतगुर इतिहास जस, उर विचार तिस काल। वाहिगुरु जी का खालसा, वाहिगुरु जी की फतेह। सच्चे पातशाह गुरु गरीब निवाज धन धन अंतरयामी सतगुरु श्री गुरु ग्रंथ साहिब महाराज जी की पावन पवित्र हजूरी का आनंद माण रही गुरु स्वरूप गुरु खालसा साध संगत जी। आप जी शामां दे दीवाना दे अंदर विद्वान रागी सिंघां पासों गुरबाणी के शब्द कीर्तन सरवण कीते ने। हुण गुर दरबार की मर्यादा के अनुसार श्री पावन पवित्र गुरु के इतिहास की कथा आरंभ हो रही है। जो ये कथा सुनै अरगावै, दूख पाप ते निकट ना आवै। जिहड़ा भी वाहिगुरु अकाल पुरख दी सतगुरु सच्चे पातशाह दसां पातशाहियां दी गुरु ग्रंथ साहिब महाराज की कथा सुनदा है, उहदे नेड़े दुख ते पाप नहीं आंदे। वो संसारी दुखों तो भी बच जाता है। ते जदों इस भूतक शरीर का देह का संस्कार हो जाता है, साडे सूक्ष्म शरीर नूं भी अगे गहां जमा दी मार नहीं पैंदी। वाहिगुरु अकाल पुरख जी उस जीव नूं अपने चरणों के अंदर निवास बख्शिश करते हैं। आओ पावन पवित्र गुरु इतिहास की कथा मन चित बिरतियां करके एकाग्र करके सुनिए। बड़े प्रेम दे नाल सारी संगत मिल के आखना करिए जी, सतनाम श्री वाहिगुरु साहिब जी, सतनाम
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਣ ਕੈ ਸਿੰਘਨ ਸਭਨ ਤੇ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਤੋਂ ਲੈ ਕੇ 9 ਪਾਤਸ਼ਾਹੀਆਂ ਦਾ ਇਤਿਹਾਸ ਕਵੀਰਾਜ ਭਾਈ ਸੰਤੋਖ ਸਿੰਘ ਜੀ ਜੋ ਸੁਣਾ ਰਹੇ ਨੇ, ਉਹ ਬਾਬਾ ਰਾਮ ਕੁਏਰ ਜੀ ਨੇ ਹਜ਼ੂਰ ਸਾਹਿਬ ਤੋਂ ਆਈ ਸੰਗਤ ਨੂੰ ਸੁਣਾਇਆ ਹੈ ਸੰਖੇਪ ਦੇ ਅੰਦਰ। ਉਹ ਇਸ ਕਰਕੇ ਆਏ ਸੀਗੇ ਵੀ ਗੁਰੂ ਸਾਹਿਬ ਮਹਾਰਾਜ ਦਾ 10 ਪਾਤਸ਼ਾਹੀਆਂ ਦਾ ਇਤਿਹਾਸ ਸੁਣਾਂਗੇ। ਉਸ ਤੋਂ ਪਹਿਲੇ ਇੱਕ ਮੁੱਢ ਬੰਨਿਆ ਹੈ, 9 ਪਾਤਸ਼ਾਹੀਆਂ ਦੀ ਉਸਤਤ ਕੀਤੀ ਹੈ। ਬਾਬਾ ਰਾਮ ਕੁਏਰ ਜੀ ਨੇ ਸਿੰਘਾਂ ਨੂੰ ਪਰਉਪਕਾਰ ਵਿਸਾਲ। ਬਹੁਤ ਪਰਉਪਕਾਰੀ ਕਥਾ ਹੈ। ਜਿਹੜਾ ਇਹ ਕਥਾ ਨੂੰ ਸੁਣਦਾ ਉਸ ਦੇ ਹਿਰਦੇ ਦੇ ਅੰਦਰ ਪਰਉਪਕਾਰ ਉਤਪਤ ਹੁੰਦੇ ਨੇ। 9 ਸਤਿਗੁਰ ਇਤਿਹਾਸ ਜਸ। 9 ਸਤਿਗੁਰੂ ਪਾਤਸ਼ਾਹੀਆਂ ਦਾ ਇਤਿਹਾਸ ਸਥੂਲ ਰੂਪ ਦੇ ਅੰਦਰ ਦੱਸਿਆ ਹੈ। ਔਰ ਵਿਚਾਰ ਤਿਸ ਕਾਲ। ਹਿਰਦੇ ਦੇ ਅੰਦਰ ਹੁਣ ਅੱਗੇ ਵਿਚਾਰ ਕਰਕੇ ਸਾਰੀ ਸਾਖੀਆਂ ਸੁਣਾਣਗੇ ਗੁਰੂ ਸਾਹਿਬਾਨ ਦੀਆਂ। ਚੌਪਈ ਭਾਈ ਰਾਮ ਕੋਇਰ ਸਵਧਾਨ। ਭਾਈ ਰਾਮ ਕੁਏਰ ਜੀ ਜੋ ਬੜੇ ਸੂਖਸ਼ਮ ਬਿਰਤੀ ਵਾਲੇ ਨੇ, ਬਿਰਾਗੀ ਬ੍ਰਹਮ ਗਿਆਨੀ ਮਹਾਪੁਰਸ਼ ਨੇ। ਕਹਿਣ ਲਗੇ ਗੁਰ ਕਥਾ ਮਹਾਨ। ਸੱਚੇ ਪਾਤਸ਼ਾਹ 10 ਪਾਤਸ਼ਾਹੀਆਂ ਦਾ ਇਤਿਹਾਸ ਪਾਵਨ ਪਵਿੱਤਰ ਗੁਰੂ ਕੀ ਕਥਾ ਆਪਣੇ ਕੰਠ ਤੋਂ ਉਚਾਰਨ ਕਰਨ ਲੱਗੇ ਨੇ। ਜਿਸਕੇ ਪਠਿਤ ਸੁਨਤ ਮਨ ਪਾਵਨ। ਜਿਹੜੀ ਪਾਵਨ ਪਵਿੱਤਰ ਕਥਾ ਨੂੰ ਸੁਣਨ ਦੇ ਨਾਲ ਹਿਰਦੇ ਦੇ ਅੰਦਰ ਵਾਹਿਗੁਰੂ ਮੰਤਰ ਚੱਲਣ ਲੱਗ ਜਾਂਦਾ ਹੈ। ਜਿਸ ਕਥਾ ਨੂੰ ਸੁਣਨ ਦੇ ਨਾਲ ਬੁੱਧੀ ਜਿਹੜੀ ਹੈ ਉਹ ਨਿਰਮਲ ਹੋ ਜਾਂਦੀ ਹੈ। ਜਿਸ ਕਥਾ ਨੂੰ ਸੁਣਨ ਦੇ ਨਾਲ ਮਨ ਦਾ ਸੁਭਾਅ ਸਹਿਜ ਹੋ ਜਾਂਦਾ ਹੈ। ਉਹ ਪਾਵਨ ਪਵਿੱਤਰ ਕਥਾ ਆਪਣੇ ਕੰਠ ਤੋਂ ਉਚਾਰਨ ਕਰਨ ਲੱਗੇ ਨੇ 10 ਪਾਤਸ਼ਾਹੀਆਂ ਦੀ। ਚਾਰ ਪਦਾਰਥ ਦਾ ਮਨ ਪਾਵਨ। ਇਹ ਪਾਵਨ ਪਵਿੱਤਰ ਕਥਾ ਅਰਥ, ਕਾਮ, ਮੋਕਸ਼ ਤੇ ਭਗਤੀ ਦੇਣ ਵਾਲੀ ਹੈ। ਅਪਰ ਮਹਾਤਮ ਕਹਾਂ ਸੋ ਕਹੀਏ। ਹੋਰ ਕੀ ਮਹਾਤਮ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਕਥਾ ਦਾ ਦਸੀਏ। ਜੋ ਵੀ ਗੁਰੂ ਦੇ ਇਤਿਹਾਸ ਦੀ ਕਥਾ ਸੁਣਦਾ ਹੈ ਉਹਦਾ ਮਨ ਵੀ ਪਵਿੱਤਰ ਹੋ ਜਾਂਦਾ ਹੈ, ਚਾਰੇ ਪਦਾਰਥ ਵੀ ਮਿਲ ਜਾਂਦੇ ਨੇ। ਜੋ ਵੀ ਹਿਰਦੇ ਦੀ ਕਾਮਨਾ ਹੋਵੇ ਉਹ ਪੂਰੀ ਹੋ ਜਾਂਦੀ ਹੈ ਜਿਹੜਾ ਗੁਰੂ ਇਤਿਹਾਸ ਦੀ ਕਥਾ ਨੂੰ ਸੁਣਦਾ ਹੈ। ਉੱਤਮ ਸਿੱਖੀ ਕਹੋ ਪਦ ਲਹੀਏ। ਉੱਤਮ ਸਿੱਖੀ ਦੇ ਪਦ ਨੂੰ ਪ੍ਰਾਪਤ ਕਰਦਾ ਹੈ। ਜਿਹੜਾ ਸਿੱਖੀ ਦਾ ਮਾਰਗ ਹੈ, ਜਿਹੜਾ ਸਾਨੂੰ ਸਮਝਾਉਂਦਾ ਹੈ ਕਿ ਜੀਵਨ ਦੇ ਅੰਦਰ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਰੱਖਣਾ, ਗੁਰਮਤ ਨੂੰ ਧਾਰਨ ਕਰਨਾ। ਉਹ ਸਿੱਖੀ ਦੀ ਮੱਤ ਨੂੰ ਧਾਰਨ ਕਰਨ ਦੇ ਅੰਦਰ ਗੁਰ ਇਤਿਹਾਸ ਬਹੁਤ ਸਹਾਇਕ ਹੈ। ਸੋਤਾ ਹੋਤ ਪਈ ਸਵਧਾਨ। ਹੇ ਸ਼ਰੋਤਾ ਜਨੋ, ਸੰਤ ਜਨੋ, ਭਗਤ ਜਨੋ, ਜਿੰਨੇ ਵੀ ਗੁਰ ਦਰਬਾਰ ਦੇ ਅੰਦਰ ਕਥਾ ਸੁਣ ਰਹੇ ਹੋ ਸਾਵਧਾਨ ਹੋ ਜਾਵੋ। ਸ਼ਰਵਣ ਕਰਨ ਲਾਗੇ ਰੁਚਿ ਠਾਨ। ਸਰਵਣ ਕਰੋ ਰੁਚੀ ਦੇ ਨਾਲ ਗੁਰੂ ਦੇ ਇਤਿਹਾਸ ਦੀ ਕਥਾ। ਭਾਈ ਰਾਮ ਕੋਇਰੋ ਵਾਚ। ਬਾਬਾ ਰਾਮ ਕੁਏਰ ਜੀ ਬਚਨ ਕਰਦੇ ਨੇ, ਆਪਣੀ ਰਸਨਾ ਤੋਂ ਗੁਰ ਇਤਿਹਾਸ ਸੁਣਾ ਰਹੇ ਨੇ। ਚੌਪਈ ਪ੍ਰਥਮ ਚਰਨ ਕਲ ਕਾਲ ਵਿਸਾਲਾ। ਪਹਿਲੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਦੋਂ ਅਵਤਾਰ ਹੋਇਆ ਹੈ। ਜਹ ਤਹ ਲਾਗੇ ਕਰਨ ਕੁਚਾਲਾ। ਜਦੋਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਅਵਤਾਰ ਤੋਂ ਪਹਿਲਾਂ ਧਰਤੀ ਨੇ ਪੁਕਾਰ ਕੀਤੀ ਸੀ। ਧਰਤੀ ਨੇ ਪੁਕਾਰ ਕੀਤੀ ਸੀ ਪਰਮੇਸ਼ਵਰ ਨੂੰ, ਮਹਾਰਾਜ ਕਿ ਜਿੰਨੀ ਵੀ ਧਰਤੀ ਹੈ ਉਹ ਸਾਰੀ ਪਾਪ ਤੋਂ ਕੁਰਲਾ ਰਹੀ ਹੈ। ਕਿਉਂਕਿ ਧਰਤੀ ਜਿਹੜੀ ਹੈ ਉਹ ਇੱਕ ਬਲਦ ਦੇ ਉੱਤੇ ਖੜੀ ਹੈ, ਐਸਾ ਪੁਰਾਤਨ ਗ੍ਰੰਥਾਂ ਦੇ ਅੰਦਰ ਮੰਨਿਆ ਗਿਆ। ਸਤਜੁਗ ਦੇ ਅੰਦਰ ਉਸ ਬਲਦ ਦੇ, ਉਸ ਬੈਲ ਦੇ 4 ਪੈਰ ਸੀਗੇ। ਫਿਰ ਤ੍ਰੇਤਾ ਯੁਗ ਆਇਆ ਭਗਵਾਨ ਰਾਮ ਦਾ, ਫਿਰ ਪਾਪ ਵਧਿਆ। ਉਹ ਬਲਦ ਦਾ ਇੱਕ ਲੱਤ ਨਹੀਂ ਮੰਨੀ ਗਈ, 3 ਲੱਤਾਂ ਵਾਲੀ ਬਲਦ ਧਰਤੀ ਨੂੰ ਚੱਕ ਕੇ ਖੜੀ ਰਹੀ। ਅਗਲਾ ਦੁਆਪਰ ਯੁਗ ਆਇਆ, ਭਗਵਾਨ ਕ੍ਰਿਸ਼ਨ ਦਾ, ਕੰਸ ਵਰਗੇ ਪਾਪੀਆਂ ਦਾ ਉਧਾਰ ਕੀਤਾ ਭਗਵਾਨ ਨੇ। ਤਦ ਬਲਦ 2 ਪੈਰਾਂ ਤੇ ਖੜੀ ਸੀ। ਕਲਯੁਗ ਦੇ ਅੰਦਰ ਪਾਪ ਹੋਰ ਵਧਿਆ। ਜਿਹੜੀ ਧਰਤੀ ਨੇ ਬਲਦ ਨੂੰ, ਜਿਹੜੇ ਬਲਦ ਨੇ ਧਰਤੀ ਨੂੰ ਚੁੱਕਿਆ ਸੀ, ਉਹ 1 ਲੱਤ ਤੇ ਹੋ ਗਈ। ਕਲਮਲ ਹੋਈ ਮੇਦਨੀ, ਉਹਨੇ ਸਾਰੀ ਮੇਦਨੀ ਕਹਿੰਦੇ ਨੇ ਧਰਤੀ ਨੂੰ, ਉਹਨੇ ਪੁਕਾਰ ਕੀਤੀ, ਪਰਮੇਸ਼ਵਰ ਮੇਰੇ ਉੱਤੇ ਪਾਪਾਂ ਦਾ ਇੰਨਾ ਭਾਰ ਹੋ ਗਿਆ, ਉਹ ਸਹਾਰਿਆ ਨਹੀਂ ਜਾ ਰਿਹਾ। ਜਦੋਂ ਜਦੋਂ ਧਰਤੀ ਦੇ ਉੱਤੇ ਪਾਪ ਵਧੇ ਨੇ, ਤਦੋਂ ਤਦੋਂ ਅਵਤਾਰਾਂ ਨੇ ਜਨਮ ਲਿਆ ਹੈ।
ਅਵਤਾਰਾਂ ਨੇ ਧਰਤੀ ਦੇ ਉੱਤੇ ਆ ਕੇ ਪਾਪ ਨੂੰ ਠੱਲ ਪਾਈ ਹੈ। ਤੇ ਧਰਤੀ ਨੇ ਪੁਕਾਰ ਕੀਤੀ, ਮਹਾਰਾਜ ਕਿਰਪਾ ਕਰੋ, ਹੁਣ ਧਰਤੀ ਤੇ ਤੁਸੀਂ ਆਪ ਅਵਤਾਰ ਧਾਰੋ ਪਰਮੇਸ਼ਵਰ ਜੀ। ਮਤ ਬਿਸਤਰੇ ਅਨੇਕ ਕੁਡਾਲੇ, ਅਨੇਕ ਤਰ੍ਹਾਂ ਦੇ ਜਿਹੜੇ ਮਤ ਨੇ ਉਹ ਵਿਸਤ੍ਰਿਤ ਹੋ ਗਏ ਨੇ, ਪਖੰਡ ਹੋ ਗਿਆ ਹੈ, ਧਰਤੀ ਦੇ ਉੱਤੇ ਬਹੁਤ ਵੱਧ ਗਿਆ ਹੈ। ਨਹਿ ਸਿਮਰਹਿ ਸਤਨਾਮ ਸੁਖਾਲੇ, ਕੋਈ ਵੀ ਧਰਤੀ ਤੇ ਨਾਮ ਜਪਣ ਦੀ ਗੱਲ ਨਹੀਂ ਕਰਦਾ, ਨਾ ਨਾਮ ਜਪਦਾ ਹੈ। ਕੇਤਿਕ ਮਤ ਗਿਨੀਏ ਜਗ ਪਏ, ਸਤਨਾਮ ਵਾਹਿਗੁਰੂ ਦਾ ਜਾਪ ਕੋਈ ਨਹੀਂ ਜਪਦਾ। ਕਈ ਮਤ ਹੋ ਗਏ ਨੇ, ਆਪਣੇ ਆਪਣੇ ਫਿਰਕੇ ਜਿਹੜੇ ਨੇ ਉਹ ਆਪਣਾ ਆਪਣਾ ਨਾਮ ਜਪਣ ਲੱਗ ਪਏ ਨੇ, ਆਪਣੀ ਪੂਜਾ ਕਰਾਉਣ ਲੱਗ ਪਏ ਨੇ ਸਾਰੇ। ਤਨਕ ਸਿੱਧ ਲਹਿ ਪੰਥ ਚਲਾਏ, ਕੁਝ ਸਿੱਧੀ ਆ ਜਾਂਦੀ ਸੀਗੀ ਬੰਦਿਆਂ ਕੋਲ, ਤੇ ਉਹ ਆਪਣੇ ਮਗਰ ਬੰਦਿਆਂ ਨੂੰ ਲਾ ਕੇ, ਸੰਗਤ ਨੂੰ ਲਾ ਕੇ ਪਰਮੇਸ਼ਵਰ ਤੁਹਾਡੇ ਨਾਮ ਨਾਲ ਨਹੀਂ ਜੋੜ ਰਹੇ ਧਰਤੀ ਤੇ, ਉਹ ਬੰਦਿਆਂ ਨੂੰ ਆਪਣੇ ਨਾਲ ਜੋੜ ਕੇ ਫਿਰ ਪਾਪ ਕਮਾਉਂਦੇ ਨੇ। ਪਰਮੇਸ਼ਵਰ ਕੇ ਨਹਿ ਪਹਿਚਾਨਾ, ਪਰਮੇਸ਼ਵਰ ਦੀ ਪਹਿਚਾਣ ਨਹੀਂ ਕਰ ਰਹੇ, ਇੱਕ ਵਾਹਿਗੁਰੂ ਅਕਾਲ ਪੁਰਖ ਨਾਲ ਨਹੀਂ ਜੋੜ ਰਹੇ। ਅਪਰ ਵਿਧਿਨ ਉਪਦੇਸ਼ ਬਖਾਨਾ, ਔਰ ਕੋਈ ਵਿਧੀਆਂ ਦੇ ਨਾਲ ਉਪਦੇਸ਼ ਦਿੰਦੇ ਨੇ, ਪਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਨਹੀਂ ਦੇ ਰਹੇ। ਪੂਰਬ ਜੁਗਨ ਬਿਖਾ ਤਪ ਜਗਿਆ, ਹਾਂਜੀ, ਪੂਰਬ ਜੁਗਨ ਬਿਖਾ ਤਪ ਜਗਾ, ਜਦੋਂ ਪੂਰਬ ਯੁਗਾਂ ਦੇ ਅੰਦਰ ਜਿਹੜਾ ਜਗ ਸੀਗਾ ਤਪ ਕੀਤਾ ਹੋਇਆ, ਕਰ ਕਰ ਸਾਧਨ ਪਏ ਤਤ ਗਿਆ, ਕਹਿੰਦੇ ਬਹੁਤ ਸਾਧਨ ਕੀਤੇ ਸੀਗੇ ਤਪੀ ਮਹਾਪੁਰਸ਼ਾਂ ਨੇ, ਕਲ ਮਹ ਸ਼ਕਤਹੀਨ ਨਰ ਰਹੇ, ਪਰ ਜਿਹੜੇ ਵੀ ਸਾਧਨ ਸੀਗੇ ਯੋਗ ਦੇ, ਕਰਮ ਕਾਂਡ ਦੇ, ਉਹ ਕਲਯੁਗ ਦੇ ਅੰਦਰ ਫਲੀਭੂਤ ਨਹੀਂ ਹੋ ਰਹੇ, ਉਹਨਾਂ ਦਾ ਕੋਈ ਫਲ ਨਹੀਂ ਮਿਲ ਰਿਹਾ। ਜਿਸ ਤਰ੍ਹਾਂ ਪਹਿਲੇ ਲੋਕ ਤੀਰਥਾਂ ਤੇ ਇਸ਼ਨਾਨ ਕਰਦੇ ਸੀ ਪੂਰਬ ਯੁਗਾਂ ਦੇ ਅੰਦਰ, ਤੇ ਉਹਦਾ ਬੜਾ ਭਾਰੀ ਫਲ ਮਿਲਦਾ ਸੀ, ਪਰ ਕੱਲ ਕੇਵਲ ਨਾਮ ਆਧਾਰ, ਕਲਯੁਗ ਦੇ ਅੰਦਰ ਕੇਵਲ ਨਾਮ ਜਪਣ ਵਾਲਿਆਂ ਨੂੰ ਉਧਾਰ ਹੁੰਦਾ ਹੈ, ਉਹਨਾਂ ਦੀ ਗਤੀ ਹੁੰਦੀ ਹੈ। ਤੇ ਇਸ ਕਰਕੇ ਕਲਯੁਗ ਦੇ ਅੰਦਰ ਨਾਮ ਲੋਕੀ ਜਪਦੇ ਨਹੀਂ ਤੇ ਹੋਰ ਕਰਮ ਕਾਂਡ ਕਰ ਰਹੇ ਨੇ, ਉਸ ਕਰਕੇ ਧਰਤੀ ਤੇ ਪਾਪ ਬਹੁਤ ਵੱਧ ਗਿਆ ਪਰਮੇਸ਼ਵਰ ਜੀ। ਕਿਸ ਪ੍ਰਕਾਰ ਮੁਕਤੀ ਕਹ ਲਹੇ, ਹੇ ਪਰਮੇਸ਼ਵਰ ਜੀ, ਧਰਤੀ ਪੁਕਾਰ ਕਰਦੀ ਹੈ ਵੀ ਕੀ ਦੱਸਾਂ ਤੁਹਾਨੂੰ, ਧਰਤੀ ਤੇ ਪਾਪ ਵੱਧ ਗਿਆ, ਤੁਸੀਂ ਆਪ ਆ ਕੇ ਮੇਰਾ ਭਾਰ ਹੌਲਾ ਕਰੋ। ਕਰਤਾ ਪੁਰਖ ਵਿਚਾਰਨ ਕੀ, ਅਕਾਲ ਪੁਰਖ ਵਾਹਿਗੁਰੂ ਨੇ ਵਿਚਾਰ ਕਰਕੇ, ਜਾਣੇ ਕਲ ਮਹਿ ਜੀਵ ਜਿਦੀ, ਜਿੰਨੇ ਵੀ ਜੀਵ ਨੇ ਧਰਤੀ ਦੇ ਉੱਤੇ, ਉਹਨਾਂ ਨੂੰ ਠੰਡ ਪਹੁੰਚਾਉਣ ਦੇ ਲਈ, ਉਹਨਾਂ ਨੂੰ ਉਪਦੇਸ਼ ਸ਼ੁਭ ਦੇਣ ਦੇ ਲਈ, ਪਾਪ ਘਟਾਉਣ ਲਈ ਧਰਤੀ ਤੇ ਸਤਨਾਮ ਸਿਮਰਹਿ ਸੁਖ ਹੋਏ, ਕਿ ਜਿਹੜੇ ਵੀ ਜੀਵ ਭੁੱਲੇ ਭਟਕੇ ਨੇ, ਕਰਮਾਂ ਕਾਂਡਾਂ 'ਚ ਪਏ ਨੇ, ਬੇਦਬੀਆਂ ਕਰ ਰਹੇ ਨੇ, ਉਹਨਾਂ ਨੂੰ ਸਤਨਾਮ ਦਾ ਮੰਤਰ ਦ੍ਰਿੜ ਕਰਾਉਣ ਦੇ ਲਈ, ਇਸ ਬਿਨ ਆਨ ਉਪਾਏ ਨ ਕੋਏ, ਪਰਮੇਸ਼ਵਰ ਕਹਿੰਦੇ ਵੀ ਸਾਨੂੰ ਧਰਤੀ ਤੇ ਅਵਤਾਰ ਧਾਰਨ ਤੋਂ ਬਿਨਾ ਹੋਰ ਕੋਈ ਉਪਾਅ ਨਹੀਂ ਦਿਸਦਾ। ਆਪ ਜਾਏ ਕਰ ਸੁਮਤ ਬਤਾਵਾ, ਅਕਾਲ ਪੁਰਖ ਵਾਹਿਗੁਰੂ ਜੀ ਧਰਤੀ ਤੇ ਆਪ ਜਾ ਕੇ ਲੋਕਾਂ ਨੂੰ ਸੁਮਤ ਦੇਣਾ ਚਾਹੁੰਦੇ ਸੀ। ਅਰੇ ਕੁਮਗ ਤੇ ਸੁਮਗ ਚਲਾਵਾ, ਜਿਹੜੇ ਭੈੜੇ ਰਾਵਾਂ ਤੇ ਪਏ ਲੋਕੀ ਨੇ, ਪੰਜਾਂ ਵਿਕਾਰਾਂ 'ਚ ਵੱਜੇ ਪਏ ਨੇ, ਉਹਨਾਂ ਨੂੰ ਵਿਕਾਰਾਂ ਤੋਂ ਕੱਢਣ ਦੇ ਲਈ ਮੋਹ ਬਿਨ ਸਰਕਾਰ ਇਹੋ ਨਾਹੀ, ਅਕਾਲ ਪੁਰਖ ਵਾਹਿਗੁਰੂ ਨੇ ਜੀ ਨੇ ਸੋਚਿਆ ਮੇਰੇ ਧਰਤੀ ਤੇ ਅਵਤਾਰ ਲਏ ਤੋਂ ਬਿਨਾ ਕੋਈ ਹੋਰ ਪੀਰ ਪੈਗੰਬਰ ਦੇ ਵੱਸ ਦੀ ਖੇਡ ਨਹੀਂ। ਜਾਂ ਤੇ ਨਰ ਤਨ ਧਰ ਜਗ ਮਾਹੀ, ਇਸ ਕਰਕੇ ਪ੍ਰਮਾਤਮਾ ਨੇ ਸੋਚਿਆ ਵੀ ਸਾਨੂੰ ਵੀ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਧਰਤੀ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਕਲਾ ਧਾਰ ਜਗ ਮੈਂ ਪਰਵਰਿਓ, ਸੱਚੇ ਪਾਤਸ਼ਾਹ ਗੁਰੂ ਨਾਨਕ ਸਰੂਪ ਜੋਤ ਧਾਰ ਕੇ ਧਰਤੀ ਤੇ ਜਾਣਾ ਪੈਣਾ ਹੈ। ਕਰ ਕਾਲੂ ਕੇ ਜਨਮੇ ਆਈ, ਪਿਤਾ ਕਲਿਆਣ ਦਾਸ ਜੀ ਦੇ ਗ੍ਰਹਿ ਵਿਖੇ, ਜਨਨੀ ਤ੍ਰਿਪਤਾ ਪਿਖ ਹਰ ਖਾਈ, ਧੰਨ ਧੰਨ ਮਾਤਾ ਜਨਨੀ ਜੀ ਦੇ ਘਰ, ਅਲਪ ਬੈਸ ਮਹਿ ਸੁੰਦਰ ਬੇਸ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਰੀ ਜਵਾਨੀ ਦੀ ਉਮਰ ਦੇ ਅੰਦਰ ਮਹਿਤਾ ਕਲਿਆਣ ਦਾਸ ਤੇ ਮਾਤਾ ਤ੍ਰਿਪਤਾ ਜੀ ਦੇ ਉਧਰ ਨੂੰ ਭਾਗ ਲਾਏ। ਕੱਤਕ ਦੀ ਪੂਰਨਮਾਸ਼ੀ ਨੂੰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੁੰਦਾ ਹੈ। ਜਹ ਕਹ ਦੇਤ ਪਏ ਉਪਦੇਸ਼, ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਦੋਂ ਧਰਤੀ ਤੇ ਅਵਤਾਰ ਹੋਇਆ ਤੇ ਪਾਤਸ਼ਾਹ ਨੇ ਭੁੱਲੇ ਭਟਕੇ ਲੋਕਾਂ ਨੂੰ ਕੁਰਾਹੇ ਤੋਂ ਹਟਾਇਆ। ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਕਿੰਨੇ ਚਿਰ ਤੋਂ ਲੋਕ ਭੁੱਲੇ ਭਟਕੇ ਪਏ ਸੀਗੇ ਹਰਿਦੁਆਰ ਦੇ ਅੰਦਰ, ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਹਨਾਂ ਨੇ ਸੱਚ ਦੇ ਨਾਲ ਜੋੜਿਆ।
ਜਗਨਨਾਥਪੁਰੀ ਦੇ ਅੰਦਰ ਮਹਾਰਾਜ ਜੀ ਨੇ ਸ਼ਬਦ ਆਰਤੀ ਨਾਲ ਜੋੜਿਆ। ਭੁੱਲੇ ਭਟਕੇ ਲੋਕਾਂ ਨੂੰ ਤੀਰਥਾਂ ਦੇ ਉੱਤੇ ਗਲਤ ਕੁਰਾਹੇ ਮਾਰਗਾਂ ਤੋਂ ਹਟਾਉਣ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਚੰਗੇ ਰਾਹ ਪਾਇਆ। ਸਤਿਨਾਮ ਕੋ ਸਿਮਰਨ ਕਰਨੋ ਕੱਲ ਕੇਵਲ ਨਾਮ ਆਧਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕੱਲ ਤਾਰਨ ਗੁਰੂ ਨਾਨਕ ਆਇਆ। ਕਲਯੁਗ ਨੂੰ ਤਾਰਨ ਦੇ ਲਈ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਧਰਤੀ ਤੇ ਅਵਤਾਰ ਧਾਰ ਲਿਆ। ਸਨੈ ਸਨੈ ਤਨ ਅਹੰਗ ਬਿਸਰਨੋ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧਰਤੀ ਤੇ ਜੀਵਾਂ ਦੇ ਲੋਕਾਂ ਦੀ ਤਨ ਦੀ ਹੰਤਾ ਦੂਰ ਕਰ ਦਿੱਤੀ। ਕਈਆਂ ਨੂੰ ਹੰਕਾਰ ਸੀ ਵੀ ਮੇਰੇ ਕਰਕੇ ਹੈ ਦੁਨੀਆ ਚੱਲ ਰਹੀ ਹੈ, ਮੇਰੇ ਕਰਕੇ ਘਰ ਕੋਠੀਆਂ ਬਣੀਆਂ, ਮੇਰੇ ਕਰਕੇ ਪਰਿਵਾਰ ਦੀ ਪਾਲਣਾ ਚੱਲ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਉਹ ਤਨ ਦੀ ਹੰਤਾ ਦੂਰ ਕੀਤੀ ਤੇ ਇਹ ਦੱਸਿਆ ਵੀ ਕਰਨ ਵਾਲਾ ਪਰਮੇਸ਼ਵਰ ਹੈ। ਕਰ ਹੈ ਰਾਮ ਹੋਏ ਹੈ ਸੋਏ, ਮੇਰਾ ਕੀਆ ਕਿਛੂ ਨਾ ਹੋਏ। ਜੋ ਵੀ ਕਰਦਾ ਉਹ ਰਾਮ ਕਰਦਾ ਹੈ, ਰਮਿਆ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਕਰਦਾ ਹੈ, ਮੇਰੇ ਕੀਤਿਆਂ ਥੋੜਾ ਹੀ ਕੁਝ ਹੁੰਦਾ ਹੈ। ਇਹ ਗੱਲ ਦੀ ਬੰਦਿਆਂ ਦੇ ਦਿਮਾਗ ਦੇ ਅੰਦਰ ਹਿਰਦਿਆਂ ਦੇ ਅੰਦਰ ਉਹਨਾਂ ਦੀ ਵਿਚਾਰਧਾਰਾ ਬਦਲੀ। ਜਿਵੇਂ ਰਾਏ ਬੁਲਾਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਜਦੋਂ ਪਹਿਲੀ ਵਾਲੀ ਦਰਖਤ ਦੇ ਹੇਠ ਦੇਖਿਆ ਬਈ ਸੱਪ ਨੇ ਛਾਂ ਕੀਤੀ ਹੈ, ਮਹਾਰਾਜ ਨੇ ਉਹਦੀ ਵੀ ਦ੍ਰਿਸ਼ਟੀ ਖੋਲੀ। ਹਰੇ ਭਰੇ ਖੇਤ ਦਿਖਾਏ। ਮੁਲਾਣੇ ਨੂੰ ਜਿਹੜਾ ਕਹਿੰਦਾ ਸੀ ਮੈਂ ਬਹੁਤ ਚਿਰ ਚੋਂ ਅਲਫ ਬੇ ਪੇ ਚੇ ਜ਼ੀਮ ਅਕਸ਼ਰ ਹੀ ਪੜ੍ਹਾ ਰਿਹਾ ਸੀ, ਮਹਾਰਾਜ ਕਹਿੰਦੇ ਇਹ ਅਕਸ਼ਰਾਂ ਦਾ ਮਤਲਬ ਪਤਾ ਤੁਹਾਨੂੰ? ਕਹਿੰਦੇ ਜੀ ਨਹੀਂ ਪਤਾ। ਫਿਰ ਮਹਾਰਾਜ ਨੇ ਫਾਰਸੀ ਸ਼ਬਦ ਉਚਾਰਨ ਕੀਤਾ ਯਕਰਜ਼ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਿਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੂਏ ਇਜ਼ਰਾइल ਗ੍ਰਿਫਤੈ ਦਿਲ ਹੇਚ ਨਾ ਦਾਨੀ ਜ਼ਨ ਪਿਸਰ ਪਦਰ ਬਿਰਾਦਰਾ ਕਸ ਨੇਸ ਦਸਤੰਗੀਰ ਆਖਿਰ ਬੇਅਫਤਮ ਕਸ ਨ ਦਾਰਦ ਚੂ ਸ਼ਬਦ ਤਕਬੀਰ ਗਾਹੇ ਨ ਨੀਕੀ ਕਾਰ ਕਰਦਮ ਮਮ ਈਚਨੀ ਅਹਵਾਲ ਬਦਬਖਤ ਹਮ ਚੂ ਬਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾਂ ਤੇਰੇ ਚਾਕਰਾਂ ਪਾ ਖਾਕ। ਜਦੋਂ ਉਸ ਮੌਲਵੀ ਨੇ ਦੇਖਿਆ ਬਈ ਗੁਰੂ ਨਾਨਕ ਤੇ 9 ਸਾਲ ਦਾ ਬੱਚਾ ਹੈ ਤੇ ਇਹ ਮੇਰੀ ਭਾਸ਼ਾ ਦੇ ਅੰਦਰ ਫਾਰਸੀ ਦੇ ਅੰਦਰ ਮੈਨੂੰ ਸ਼ਬਦ ਉਪਦੇਸ਼ ਦੇ ਰਿਹਾ ਹੈ, ਤੇ ਮਹਾਰਾਜ ਨੇ ਉਹਨਾਂ ਦੀ ਸੁਰਤ ਨੂੰ ਖੋਲਿਆ। ਮਹਾਰਾਜ ਉਹ ਕਹਿੰਦਾ ਸੀਗਾ, ਮੌਲਵੀ ਕਹਿੰਦਾ ਸੀ, ਮਹਾਰਾਜ ਨੇ ਪੁੱਛਿਆ ਮੌਲਵੀ ਜੀ ਬਈ ਤੁਹਾਡੇ ਨਾਲ ਕਿਹਨਾਂ ਕਿਹਨਾਂ ਨੇ ਰਹਿਣਾ ਹੈ? ਉਹਨੇ ਕਿਹਾ ਮੇਰੀ ਘਰਵਾਲੀ ਹੈ, ਮੇਰੇ ਭਰਾ ਨੇ, ਮੇਰਾ ਪਿਓ ਹੈ। ਮਹਾਰਾਜ ਨੇ ਉਹਨੂੰ ਕਿਹਾ ਸੀ ਜ਼ਨ ਪਿਸਰ ਪਦਰ ਬਿਰਾਦਰਾ, ਇਸਤਰੀ ਪਿਓ ਭਰਾ ਰਿਸ਼ਤੇਦਾਰ। ਜ਼ਨ ਪਿਸਰ ਪਦਰ ਬਿਰਾਦਰਾ ਕਸ ਨੇਸ ਨਾ ਦਸਤੰਗੀਰ। ਦਸਤੰਗੀਰ ਕਹਿੰਦੇ ਨੇ ਬਾਹ ਫੜਨ ਵਾਲੇ ਨੂੰ। ਕਹਿੰਦੇ ਕਿਸੇ ਨੇ ਵੀ ਤੇਰੀ ਅੰਤਲੇ ਵੇਲੇ ਬਾਹ ਨਹੀਂ ਫੜਨੀ। ਅਸੀਂ ਸਾਰੇ ਅੱਜ ਪ੍ਰੈਕਟੀਕਲ ਦੇਖ ਲਈਏ, ਕੋਈ ਸਾਡੇ ਘਰ ਦਾ ਜਾਂ ਕੋਈ ਸਾਡਾ ਰਿਸ਼ਤੇਦਾਰ ਸਾਡੇ ਸਾਹਮਣੇ ਹੱਥਾਂ 'ਚ ਚੜ੍ਹਾਈ ਕਰ ਰਿਹਾ ਹੈ, ਉਹਨੇ ਸਾਨੂੰ ਪਾਲਿਆ, ਉਹਨੇ ਸਾਡੇ ਮੂੰਹ 'ਚ ਗਰਾਹੀਆਂ ਪਾਈਆਂ ਨੇ, ਉਹਨੇ ਸਾਡਾ ਸਾਥ ਦਿੱਤਾ ਹੈ ਬਹੁਤ ਔਖੇ ਵੇਲੇ, ਪਰ ਅਸੀਂ ਆਪਣਾ ਇੱਕ ਵੀ ਸਵਾਸ ਉਹਨੂੰ ਦੇ ਨਹੀਂ ਸਕਦੇ, ਇੱਕ ਵੀ ਸਵਾਸ ਉਹਦੀ ਕੋਈ ਹੈਲਪ ਨਹੀਂ ਕਰ ਸਕਦੇ। ਕਸ ਨੇਸ ਦਸਤੰਗੀਰ। ਮਹਾਰਾਜ ਨੇ ਸਮਝਾਇਆ ਲੋਕਾਂ ਨੂੰ ਬਈ ਇਹ ਪਰਮੇਸ਼ਵਰ ਦੀ ਦਿੱਤੀ ਜ਼ਿੰਦਗੀ ਹੈ, ਇਸ ਨੂੰ ਬਹੁਤ ਕੀਮਤੀ ਢੰਗ ਦੇ ਨਾਲ ਬਤੀਤ ਕਰੋ, ਵਿਕਾਰਾਂ ਦੇ ਅੰਦਰ ਆਪਣੀ ਜ਼ਿੰਦਗੀ ਨੂੰ ਗਵਾਓ ਨਾ, ਅਜ਼ਾਈ ਵੇਸਟ ਨਾ ਕਰੋ ਆਪਣੀ ਮਨੁੱਖੀ ਦੇਹੀ ਨੂੰ, ਇਹਨੂੰ ਪਰਮੇਸ਼ਵਰ ਦੀ ਭਗਤੀ ਵੱਲ ਚੰਗੇ ਕਰਮਾਂ ਵੱਲ ਲਾਓ। ਭਾਣਾ ਪਰਮੇਸ਼ਰ ਕਹੋ ਜੈਸੇ। ਜਿਸ ਤਰ੍ਹਾਂ ਪਰਮੇਸ਼ਵਰ ਦਾ ਭਾਣਾ ਹੈ ਨਾ, ਉਸ ਨੂੰ ਮੰਨਣਾ ਸਿਖਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੀਰ ਨੂੰ ਉਪਦੇਸ਼ ਦਿੱਤਾ ਸੀਗਾ। ਉਹਨੇ ਕਿਹਾ ਮਹਾਰਾਜ ਗੁਰਮੁਖ ਦੇ ਕੀ ਮਾਇਨੇ ਨੇ, ਗੁਰਮੁਖ ਦੇ ਕੀ ਅਰਥ ਨੇ? ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਮਝਾਇਆ ਸੀਗਾ, ਕਹਿੰਦੇ ਗੁਰਮੁਖ ਉਹ ਹੁੰਦਾ ਜਿਹੜਾ ਭਾਣੇ ਨੂੰ ਮੰਨਦਾ। ਉਹਨੂੰ ਦਿਖਾਇਆ, ਸਮੁੰਦਰ ਦੇ ਅੰਦਰ ਗਿਆ, ਕਿਹਾ ਮਹਾਰਾਜ ਸੋਝੀ ਨਹੀਂ ਆਈ, ਮਹਾਰਾਜ ਸਮੁੰਦਰ ਦੇ ਅੰਦਰ ਫਲਾਣੀ ਜਗ੍ਹਾ ਤੇ ਜਾ ਕੇ ਆ, ਤੈਨੂੰ ਉੱਥੇ ਉਪਦੇਸ਼ ਮਿਲੇਗਾ। ਸਮੁੰਦਰ ਦੇ ਅੰਦਰ ਗਿਆ, ਜਹਾਜ਼ ਰਾਹੀਂ ਜਾ ਰਿਹਾ ਸੀਗਾ, ਰਸਤੇ 'ਚ ਦੇਖਿਆ ਮੀਂਹ ਪੈ ਰਿਹਾ ਬਹੁਤ ਸਮੁੰਦਰ ਦੇ ਅੰਦਰ। ਪਰਮਾਤਮਾ ਨੂੰ ਅਰਦਾਸ ਕੀਤੀ, ਪਰਮਾਤਮਾ ਹੇ ਅਕਾਲ ਪੁਰਖ ਵਾਹਿਗੁਰੂ ਜੀ, ਇਸ ਮੀਂਹ ਦੀ ਇਸ ਸਮੁੰਦਰ ਦੇ ਅੰਦਰ ਕੀ ਲੋੜ ਹੈ? ਸਮੁੰਦਰ ਹੀ ਤਾਂ ਪਹਿਲੇ ਹੀ ਬਹੁਤ ਪਾਣੀ ਹੈ, ਮੱਛੀਆਂ ਕੋਲ ਬਹੁਤ ਪਾਣੀ ਹੈ ਪੀਣ ਨੂੰ, ਇਹ ਮੀਂਹ ਰੋਕ ਦਿਓ। ਮੀਂਹ ਰੁਕ ਗਿਆ।
ਉਹ ਜਾ ਕੇ ਇੱਕ ਟਾਪੂ ਦੇ ਉੱਤੇ ਉਤਰਿਆ। ਉੱਥੇ 60-70 ਭਗਤ ਜਨ ਸੰਤ ਜਨ ਸ਼ਾਮ ਨੂੰ ਆਏ। ਉਨ ਸਾਰਿਆਂ ਦਾ ਪ੍ਰਸ਼ਾਦਾ ਉਤਰਿਆ, ਉਹ ਸਾਰੇ ਛਕਣ ਲੱਗ ਪਏ। ਉਹਨੇ ਸੋਚਿਆ ਵੀ ਮੇਰਾ ਪ੍ਰਸ਼ਾਦਾ ਨਹੀਂ ਉਤਰਿਆ। ਉਹ ਸੰਤ ਜੀ ਕੋਲ ਗਿਆ, ਜਿਹੜੇ ਉਹਨਾਂ ਦੇ ਮਹੰਤ ਸੀਗੇ, ਵੱਡੇ ਜਥੇਦਾਰ ਸੀਗੇ। ਉਹ ਸੰਤ ਜੀ ਨੂੰ ਕਹਿੰਦਾ ਵੀ ਤੁਹਾਡੇ ਸਾਰਿਆਂ ਦਾ ਪ੍ਰਮਾਤਮਾ ਨੇ ਰਿਜ਼ਕ ਉਤਾਰਿਆ, ਮੇਰਾ ਕਿਉਂ ਨਹੀਂ ਉਤਾਰਿਆ? ਕਿਹਾ ਤੂੰ ਇਸ ਕਰਕੇ ਤੇਰਾ ਰਿਜ਼ਕ ਨਹੀਂ ਉਤਾਰਿਆ ਕਿਉਂਕਿ ਤੂੰ ਪਰਮੇਸ਼ਵਰ ਦਾ ਭਾਣਾ ਨਹੀਂ ਮੰਨਿਆ। ਕਿਹਾ ਕਿਹੜਾ ਭਾਣਾ ਨਹੀਂ ਮੰਨਿਆ? ਮੈਂ ਤੇ ਪਰਮੇਸ਼ਵਰ ਦੀ 5 ਵਕਤ ਨਮਾਜ਼ ਪੜਦਾ, ਇਬਾਦਤ ਕਰਦਾ, ਅੱਲਾ ਦੇ ਹੁਕਮ 'ਚ ਰਹਿਣਾ। ਕਿ ਅੱਜ ਮੀਂਹ ਪੈ ਰਿਹਾ ਸੀ ਤੇ ਤੂੰ ਪਰਮੇਸ਼ਵਰ ਨੂੰ ਅਰਦਾਸ ਕਰਕੇ ਮੀਂਹ ਨੂੰ ਹਟਾ ਲਿਆ। ਉਹ ਮੀਂਹ ਨੂੰ ਹਟਾਉਣ ਦੇ ਕਰਕੇ ਤੇਰੇ ਰਿਜ਼ਕ ਨਹੀਂ ਉਤਰਿਆ। ਕਿਹਾ ਮੈਂ ਕੋਈ ਗਲਤ ਗੱਲ ਨਹੀਂ ਕਹੀ। ਉਹ ਸਮੁੰਦਰ ਸੀ, ਉਹਦੇ ਅੰਦਰ ਮੱਛੀਆਂ ਸੀ ਤੇ ਉੱਥੇ ਅਬੰਡੈਂਸ ਆਫ ਵਾਟਰ ਹੈ, ਉੱਥੇ ਲੋੜ ਹੀ ਨਹੀਂ ਹੈ ਪਾਣੀ ਦੀ, ਮੈਂ ਤੇ ਤਾਂ ਅਰਦਾਸ ਕੀਤੀ। ਉਹ ਸੰਤ ਜੀ ਕਹਿੰਦੇ ਆ ਤੇ ਤੇਰੀ ਸੋਚ ਮੰਦੀ ਹੈ ਵੀ ਤੇ ਪਾਣੀ ਦੀ ਲੋੜ ਨਹੀਂ ਸੀ। ਕਹਿੰਦੇ ਸਾਗਰ ਦਾ ਪਾਣੀ ਖਾਰਾ ਹੁੰਦਾ ਹੈ ਤੇ ਬਹੁਤ ਜ਼ਿਆਦਾ ਜੀਵਾਂ ਦੀ ਜੋ ਖੁਰਾਕ ਹੈ ਉਹ ਖਾਰਾ ਪਾਣੀ ਨਹੀਂ ਹੈ, ਉਹ ਮਰ ਜਾਂਦੇ ਨੇ ਖਾਰੇ ਪਾਣੀ ਦੇ ਨਾਲ। ਪਰਮੇਸ਼ਵਰ ਉਹਨਾਂ ਨੂੰ ਰੋਜੀ ਦੇ ਰਿਹਾ ਸੀ ਪਾਣੀ ਦੇ ਰਾਹੀਂ, ਸਾਫ਼ ਮੀਂਹ ਦੇ ਪਾਣੀ ਦੇ ਨਾਲ। ਤੂੰ ਉਹ ਜੀਵਾਂ ਨੂੰ ਮਾਰ ਦਿੱਤਾ, ਅੰਦਰ ਹੀ ਥੱਲੇ ਮਰ ਗਏ, ਉਹ ਚੜਾਈ ਕਰ ਗਏ, ਤਾਂ ਤੇਰਾ ਰਿਜ਼ਕ ਨਹੀਂ ਉਤਰਿਆ। ਉਹਨੂੰ ਸਮਝ ਆ ਗਏ ਗੁਰਮੁਖ ਦੇ ਮਾਇਨੇ ਕੀ ਨੇ। ਜੋ ਵੀ ਤੁਹਾਡੇ ਨਾਲ ਹੋ ਰਿਹਾ ਉਹਨੂੰ ਚੰਗਾ ਕਰਕੇ ਮੰਨਣਾ। ਜੋ ਵੀ ਪ੍ਰਮਾਤਮਾ ਨੇ ਕੀਤਾ ਉਹ ਸਭ ਕੁਝ ਚੰਗਾ ਹੀ ਹੋ ਰਿਹਾ। ਭਾਣਾ ਮੰਨਣਾ ਤਾਂ ਔਖਾ ਹੈ, ਮੈਂ ਵੀ ਸਟੇਜ ਤੋਂ ਬੋਲ ਰਿਹਾ, ਮੇਰੇ ਲਈ ਵੀ ਬਹੁਤ ਔਖਾ ਹੈ, ਪਰ ਗੁਰੂ ਬਾਬਾ ਜੀ ਦੀ ਬਾਣੀ ਇਹ ਗੱਲ ਕਹਿੰਦੀ ਹੈ ਵੀ ਜੋ ਭਾਣਾ ਮੰਨਦਾ ਉਹ ਗੁਰਮੁਖ ਹੈ, ਜੋ ਭਾਣਾ ਨਹੀਂ ਮੰਨਦਾ ਗੁਰਮੁਖ ਨਹੀਂ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਗੁਰਮੁਖਾਂ ਦੀ ਜੋਤ ਨੂੰ ਪ੍ਰਗਟ ਕੀਤਾ ਧਰਤੀ ਤੇ। ਹੋਏ ਪ੍ਰਸੰਨ ਅਨੁਸਾਰੀ ਤੈਸੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਜਿਹੜੇ ਸੀਗੇ ਉਹ ਉਹਨਾਂ ਦੇ ਅਨੁਸਾਰੀ ਹੋਏ, ਭਗਤੀ ਦਾ ਮਾਰਗ ਦ੍ਰਿੜ ਕੀਤਾ, ਹਿਰਦੇ ਤੋਂ ਪ੍ਰਸੰਨ ਰਹਿੰਦੇ ਨੇ। ਇਸ ਪ੍ਰਕਾਰ ਕੋ ਦੇ ਉਪਦੇਸ਼। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਗਤ ਦੇ ਉੱਤੇ ਬਹੁਤ ਲੋਕਾਂ ਨੂੰ ਉਪਦੇਸ਼ ਦਿੱਤਾ, ਸ਼ੁਭ ਮਾਰਗ ਦੇ ਉੱਤੇ ਪਾਇਆ। ਅਨੇਕ ਨਰਨ ਕੇ ਕਟੇ ਕਲੇ। ਬਹੁਤ ਲੋਕਾਂ ਦੇ ਕਲੇਸ਼ ਕੱਟ ਦਿੱਤੇ। ਦੀਪਾਲਪੁਰ ਦਾ ਕੋੜੀ ਸੀਗਾ, ਕਿਸੇ ਕਾਰਨ ਕਰਕੇ ਕੋੜ ਪਿਆ, ਨਗਰ ਦੇ ਅੰਦਰ ਨਗਰ ਵਾਲਿਆਂ ਨੇ ਬਾਹਰ ਕੱਢਤਾ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਪਹੁੰਚੇ, ਪਿੰਡ ਵਾਲਿਆਂ ਨੇ ਖਿੱਚ ਦੇ ਮਾਰੇ ਕਹਿਤਾ ਬਾਹਰ ਚਲੇ ਜਾਓ, ਇੱਕ ਕੁਟੀਆ ਹੈ, ਕੁਟੀਆ ਦੇ ਅੰਦਰ ਬੋ ਆ ਰਹੀ ਹੈ, ਇੱਕ ਕੋੜੀ ਦੇ ਅੰਦਰੋਂ ਪੀਕ ਵਗ ਰਹੀ ਹੈ, ਖੂਨ ਵਗ ਰਿਹਾ ਹੈ, ਕੋਈ ਪਾਣੀ ਵੀ ਨਹੀਂ ਦੇਣ ਜਾ ਰਿਹਾ ਉਹਨੂੰ। ਸੱਚੇ ਪਾਤਸ਼ਾਹ ਉਸ ਕੁਟੀਆ ਦੇ ਬਾਹਰ ਪਹੁੰਚਦੇ ਨੇ, ਕਿਹਾ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਮਹਾਰਾਜ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਜਿਹੜੇ ਤਨ ਤੋਂ ਬਾਣੀ ਵਿਸਰ ਜਾਂਦੀ ਆ, ਮਰਦਾਨਿਆਂ ਆਇਆ ਦੇਖ, ਉਹ ਇਸ ਤਰ੍ਹਾਂ ਰੋਂਦੇ ਨੇ, ਕੁਰਲਾਉਂਦੇ ਨੇ, ਪੁਕਾਰਾਂ ਕਰਦੇ ਨੇ। ਫਿਰ ਬਾਣੀ ਪੜ੍ਹਨੀ ਬਹੁਤ ਜ਼ਰੂਰੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਭੈੜੇ ਲੋਕ ਜਿਹੜੇ ਕੁਕਰਮਾਂ ਕਰਕੇ ਗਲਤ ਪਾਸੇ ਪੈ ਗਏ ਸੀ, ਉਹ ਦੀਪਾਲਪੁਰ ਦੇ ਕੋੜੀ ਦਾ ਕੋੜ ਦੂਰ ਕੀਤਾ ਬਾਣੀ ਉਚਾਰ ਕੇ। ਮੂਲੇ ਕੀ ਤਨ ਜਾ ਬੜ ਭਾਗਨ। ਭਾਈ ਮੂਲਾ ਜੀ, ਖਾਲਸਾ ਜੀ ਮੂਲੇ ਵੀ 2 ਹੋਏ ਨੇ ਇਤਿਹਾਸ ਦੇ ਅੰਦਰ। ਜਦੋਂ ਮੂਲਾ ਨਾਮ ਆਏ ਤੇ ਸਾਨੂੰ ਸੁਚੇਤ ਰੱਖਣਾ ਚਾਹੀਦਾ ਇਤਿਹਾਸ ਕਿਹੜਾ ਚੱਲ ਰਿਹਾ। ਇੱਕ ਮੂਲਾ ਉਹ ਹੋਇਆ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਹੁਰੇ ਸਾਹਿਬ ਹੋਏ ਨੇ, ਜਿਨ੍ਹਾਂ ਦੀ ਲੜਕੀ ਸੀ ਚੋਣਿਆਂ ਦੀ ਬੀਬੀ ਸੁਲੱਖਣੀ, ਉਹਨਾਂ ਦੀ ਧੀ ਸੀ। ਇੱਕ ਮੂਲਾ ਖੱਤਰੀ ਹੋਇਆ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿੱਖ ਹੋਇਆ ਤੇ ਸੱਚੇ ਪਾਤਸ਼ਾਹ ਦੇ ਅੱਗੇ ਉਹਦੇ ਘਰ ਵਾਲੀ ਨੇ ਝੂਠ ਬੋਲਤਾ ਸੀ ਵੀ ਉਹ ਘਰ ਨਹੀਂ ਹੈ, ਤੇ ਮਹਾਰਾਜ ਨੇ ਬਚਨ ਕਹਿ ਦਿੱਤਾ ਸੀ ਹੈ ਨਹੀਂ, ਤੇ ਫਿਰ ਹੈ ਹੀ ਨਹੀਂ। ਫਿਰ ਉਹਦੀ ਘਰ ਵਾਲੀ ਬਾਹਰ ਲਿਆਈ ਸੀ, ਮਹਾਰਾਜ ਮੇਰੇ ਤੋਂ ਗਲਤੀ ਹੋ ਗਈ ਹੈ। ਮਹਾਰਾਜ ਕਹਿੰਦੇ ਹੁਣ ਤਾਂ ਬਚਨ ਹੋ ਗਿਆ, ਇੱਕ ਸਾਧ ਬਚਨ ਅਟਲਾਦਾ। ਹੁਣ 10ਵੇਂ ਜਾਮੇ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰੂਪ ਧਾਰਾਂਗੇ, ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਉੱਥੇ ਉਧਾਰ ਕਰਾਂਗੇ। ਉੱਥੇ ਮਹਾਰਾਜ ਨੇ ਬਾਣੀ ਦੀ ਪੰਕਤੀ ਵੀ ਉਚਾਰਨ ਕੀਤੀ ਸੀ, 1214 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਨਾਲ ਕਿਰਾੜਾ ਦੋਸਤੀ ਕੂੜੀ ਕੂੜਾ ਥਾਏ। ਤੋ ਸੱਚੇ ਪਾਤਸ਼ਾਹ ਮਹਾਰਾਜ ਦੇ 2 ਸਿੱਖਾਂ ਦਾ ਨਾਮ ਮੂਲਾ ਹੋਇਆ ਇਤਿਹਾਸ ਵਿੱਚ, ਤੇ ਇਹ ਮਹਾਰਾਜ ਦੇ ਸਹੁਰਾ ਸਾਹਿਬ ਸੀਗੇ ਗੁਰੂ ਨਾਨਕ ਸਾਹਿਬ ਦੇ, ਜਿਨ੍ਹਾਂ ਦਾ ਨਾਮ ਮੂਲਾ ਜੀ ਹੈ। ਸ੍ਰੀ ਗੁਰ ਮਹਿਲਾ ਮਹਾ ਸੁਹਾਗਨ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬੜੇ ਸੁਭਾਗਾਂ ਦੇ ਨਾਲ ਬਟਾਲੇ ਦੀ ਧਰਤੀ ਦੇ ਉੱਤੇ ਆਨੰਦ ਕਾਰਜ ਹੁੰਦਾ ਹੈ। ਉਹ ਵੀ ਬੜਾ ਇਤਿਹਾਸਿਕ ਪ੍ਰਸੰਗ ਸੀ ਜਦੋਂ ਉਹਨਾਂ ਦੀ ਸਾਲੀਆਂ ਨੇ ਮਹਾਰਾਜ ਦੇ ਨਾਲ ਸ਼ਰਾਰਤ ਕੀਤੀ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਨਾਲ ਨਾ
ਭਗਤ ਜਨ ਤੇ ਸਾਧ ਜਨ ਚਲੇ ਗਏ ਵਿਆਹ ਤੇ ਉਹਦੇ ਸਹੁਰਾ ਸਾਹਿਬ ਨੇ ਸੋਚਿਆ ਵੀ ਜੇ ਭਗਤ ਦੇ ਨਾਲ ਵਿਆਹ ਹੋ ਗਿਆ ਸਾਡੀ ਕੁੜੀ ਦੀ ਤੇ ਜ਼ਿੰਦਗੀ ਖਰਾਬ ਹੋ ਜਾਵੇਗੀ। ਅਕਸਰ ਇਹ ਲੋਕਾਂ ਦੀ ਸੋਚ ਹੁੰਦੀ ਹੈ ਵੀ ਕੋਈ ਸਾਧੂ ਬੰਦਾ ਹੈ, ਸਿੱਧਾ ਬੰਦਾ, ਉਹਦੇ ਨਾਲ ਅਸੀਂ ਧੀ ਨਹੀਂ ਵਿਆਹੁੰਦੇ, ਵੀ ਇਹ ਤਾਂ ਪਤਾ ਨਹੀਂ ਸਾਡੇ ਘਰ ਲਈ ਦਾ ਕਿਧਰੇ ਬੇੜਾ ਹੀ ਨਾ ਗਰਕ ਹੋ ਜਾਵੇ। ਉਹਨਾਂ ਦੀ ਲੋਕਾਂ ਦੀ ਸੋਚ ਹੁੰਦੀ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਸਾਲੀਆਂ ਨੇ ਮਜ਼ਾਕ ਕੀਤਾ, ਇੱਕ ਕੱਚੀ ਦੀਵਾਰ ਸੀਗੀ ਤੇ ਉਹ ਉੱਤੇ ਗੇਰਨ ਦੀ ਕੋਸ਼ਿਸ਼ ਕੀਤੀ ਤੇ ਇੱਕ ਬੁੱਢੜੀ ਮਾਤਾ ਨੇ ਆ ਕੇ ਕਿਹਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਇਹ ਲੜਕੀਆਂ ਜਿਹੜੀ ਤੁਹਾਡੇ ਤੇ ਦੀਵਾਰ ਗੇਰ ਰਹੀਆਂ ਨੇ, ਇਹਦੇ ਨਾਲ ਤੁਹਾਡੀ ਜਾਨ ਜਾ ਸਕਦੀ ਹੈ, ਤੁਸੀਂ ਇੱਥੋਂ ਆਪਣਾ ਮੰਜਾ ਚੁੱਕ ਕੇ ਪਰੇ ਕਰ ਲਓ। ਸੱਚੇ ਪਾਤਸ਼ਾਹ ਨੇ ਬਚਨ ਕੀਤਾ ਬਈ ਇਹ ਦੀਵਾਰ ਜੁਗਾਂ ਜੁਗਾਂਤਰਾਂ ਤੱਕ ਰਹੇਗੀ। ਗੁਰਦੁਆਰਾ ਕੰਧ ਸਾਹਿਬ ਬਟਾਲਾ ਅੰਮ੍ਰਿਤਸਰ ਦੇ ਕੋਲ ਉਹ ਅੱਜ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਕੰਧ ਮੌਜੂਦ ਹੈ, ਉਸ ਤਰ੍ਹਾਂ ਜਦੋਂ ਮਹਾਰਾਜ ਦੇ ਵਿਆਹ ਦੇ ਸਮੇਂ ਸੀਗੀ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਤੋਂ ਬਾਅਦ ਤੋਂ ਲੈ ਕੇ ਅੱਜ ਤੱਕ ਉਹ ਕੰਧ ਉੱਦਾਂ ਹੀ ਮੌਜੂਦ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਵਡਭਾਗੀ ਸਨ, ਉਹ ਸੰਗਤ ਜਿਨ੍ਹਾਂ ਨੇ ਮਹਾਰਾਜ ਦਾ ਵਿਆਹ ਦੇਖਿਆ। ਤਿਸ ਤੇ ਪੁੱਤਰ ਪਏ ਜੁਗਤੀਰ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਦੋ ਪੁੱਤਰਾਂ ਦੀ ਉਤਪਤੀ ਹੋਈ। ਵੱਡੇ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਤੋਂ ਉਦਾਸੀ ਸੰਪਰਦਾਇ ਚੱਲੀ ਹੈ, ਛੋਟੇ ਬਾਬਾ ਲਖਮੀ ਦਾਸ ਜੀ। ਬ੍ਰਹਮ ਗਿਆਨ ਮਹਿ ਅਚਲ ਗੰਭੀਰ। ਬਾਬਾ ਸ਼੍ਰੀ ਚੰਦ ਜੀ ਬ੍ਰਹਮ ਗਿਆਨੀ ਸੀਗੇ ਤੇ ਬੜੇ ਗੰਭੀਰ ਸੁਭਾਅ ਦੇ ਸੀਗੇ। ਜੇਠੋ ਭਾ ਸ਼੍ਰੀ ਚੰਦ ਉਦਾਰਾ। ਉਹ ਉਦਾਸੀ ਸੰਪਰਦਾਇ ਦੇ ਮੁਖੀ ਬਾਬਾ ਸ਼੍ਰੀ ਚੰਦ ਜੀ ਵੱਡੇ ਪੁੱਤਰ ਗੁਰੂ ਨਾਨਕ ਸਾਹਿਬ ਦੇ। ਨਹਿ ਗ੍ਰਹਸਥ ਮਗ ਅੰਗੀਕਾਰ। ਉਹਨਾਂ ਨੇ ਗ੍ਰਸਥ ਮਾਰਗ ਨਹੀਂ ਧਾਰਨ ਕੀਤਾ। ਗ੍ਰਸਥ ਮਾਰਗ ਧਾਰਨ ਜਿਹੜਾ ਨਾ ਕਰੇ ਉਹਨੂੰ ਅਸੀਂ ਬੇਹੰਗਮ ਕਹਿੰਦੇ, ਬਈ ਉਹਨਾਂ ਨੇ ਵਿਆਹ ਨਹੀਂ ਕੀਤਾ। ਰਹਿ ਬ੍ਰਿਤੀ ਨਿਤ ਜੋਗ ਅਰੂੜਾ। ਤੇ ਆਪਣੀ ਬਿਰਤੀ ਜਿਹੜੀ ਸੀਗੀ ਉਹ ਗੁਰਸਿਮਰਨ ਦੇ ਅੰਦਰ ਵਾਹਿਗੁਰੂ ਸ਼ਬਦ ਦੇ ਅੰਦਰ ਲੀਨ ਰੱਖੀ। ਸਤ ਚਿਤ ਆਨੰਦ ਪ੍ਰਮਾਤਮਾ ਨੂੰ ਦਿਨ ਰਾਤ ਧਿਆਉਣਾ ਤੇ ਪ੍ਰਮਾਤਮਾ ਦੀ ਭਗਤੀ ਦੇ ਅੰਦਰ ਲੀਨ ਰਹਿਣਾ। ਇੱਕ ਰਸ ਮੈਂ ਆਛਾ ਜਿਸ ਗੂੜਾ। ਉਹਨਾਂ ਦੀ ਬਿਰਤੀ ਜਿਹੜੀ ਸੀ ਉਹ ਇੱਕ ਰਸ ਦੀ ਸੀਗੀ, ਭਗਤੀ ਦੇ ਅੰਦਰ ਲੀਨ ਸੀਗੇ। ਜਿਨ ਕੇ ਛੁਇਓ ਵਿਕਾਰ ਨਾ ਕੋਈ। ਉਹਨਾਂ ਨੂੰ ਕੋਈ ਵੀ ਵਿਕਾਰ ਕਦੇ ਛੂ ਨਹੀਂ ਸਕਿਆ। ਗੁਰੂ ਨਾਨਕ ਸਾਹਿਬ ਦੇ ਸੁਪੁੱਤਰ ਸੀਗੇ, ਬਿਰਤੀ ਬਹੁਤ ਉੱਚੀ ਸੀ, ਬ੍ਰਹਮ ਦੇ ਅੰਦਰ ਲੀਨ ਸੀਗੇ। ਜਤੀ ਪੁਰਸ਼ ਭੀਸ਼ਮ ਸਮ ਸੋਏ। ਉਹ ਜਤੀ ਕਿਸ ਤਰ੍ਹਾਂ ਦੇ ਸੀਗੇ? ਭੀਸ਼ਮ ਪਿਤਾਮਾ ਦੇਵਰਤ ਵਰਗੇ। ਧਰਤੀ ਦੇ ਉੱਤੇ ਕਈ ਜਤੀਆਂ ਦਾ ਜ਼ਿਕਰ ਆਇਆ ਜਿਨ੍ਹਾਂ ਦਾ ਇਤਿਹਾਸ ਦੇ ਅੰਦਰ ਵੱਡੇ ਮਹਾਂਪੁਰਖ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵੀ ਜ਼ਿਕਰ ਕਰਦੇ ਸੀ। ਲਛਮਣ, ਭੈਰੋ, ਦੱਤਾਤਰੇ ਤੇ ਇੱਕ ਇਹਨਾਂ ਦਾ ਜ਼ਿਕਰ ਆਂਦਾ ਦੇਵਰਤ, ਭੀਸ਼ਮ ਪਿਤਾਮਾ, ਜਿਨ੍ਹਾਂ ਨੇ ਵਰਤ ਧਾਰਨ ਕਰ ਲਿਆ ਸੀਗਾ ਵੀ ਅਸੀਂ ਜਤੀ ਸਾਰੀ ਉਮਰ ਕਦੇ ਬ੍ਰਹਮਚਾਰੀ ਰਵਾਂਗੇ ਤੇ ਉਹਨਾਂ ਨੇ ਆਪਣੇ ਪ੍ਰਾਣ ਵੀ ਦੇ ਦਿੱਤੇ। ਪਰ ਜੰਗ ਦੇ ਅੰਦਰ ਭਗਵਾਨ ਕ੍ਰਿਸ਼ਨ ਜੀ ਦੇ ਹੱਥੋਂ ਜਦੋਂ ਅਰਜੁਨ ਦੇ ਤੀਰ ਵੱਜੇ, ਭਗਵਾਨ ਕ੍ਰਿਸ਼ਨ ਜੀ ਦੇ ਬਚਨਾਂ ਦੇ ਨਾਲ ਇੱਛਾ ਮ੍ਰਿਤਿੂ ਉਹਨਾਂ ਨੇ ਲਈ ਤੇ ਉਹ ਵੀ ਜਤੀ ਹੋਏ ਨੇ। ਤੇ ਆ ਜਤੀਆਂ ਦਾ ਜ਼ਿਕਰ ਆਂਦਾ। ਉਸੇ ਪ੍ਰਕਾਰ ਬਾਬਾ ਸ਼੍ਰੀ ਚੰਦ ਜੀ ਹੋਏ ਨੇ। ਦੱਤਾਤਰੇय ਦਾ ਕਥਾ ਸ਼੍ਰੀ ਦਸਮ ਗ੍ਰੰਥ ਦੇ ਅੰਦਰ ਆਉਂਦੀ ਹੈ। ਭੈਰੋ ਜੀ ਦੀ ਤੇ ਲਛਮਣ, ਬਾਬਾ ਸ਼੍ਰੀ ਚੰਦ ਜੀ ਤੇ ਭੀਸ਼ਮ ਪਿਤਾਮਾ, ਇਹ 6 ਜਤੀ ਮੰਨੇ ਗਏ ਨੇ ਧਰਤੀ ਤੇ ਪ੍ਰਮੁੱਖ ਕਰਕੇ। ਲਖਮੀ ਦਾਸ ਅਨੁਜ ਤਿਨ ਪਇਓ। ਇਹ 5 ਜਤੀਆਂ ਦਾ ਜ਼ਿਕਰ ਹੋਇਆ। 6ਵੇਂ ਹਨੂਮਾਨ ਜੀ ਦਾ ਜ਼ਿਕਰ ਆਂਦਾ, ਉਹ ਵੀ ਜਤੀ ਮੰਨੇ ਗਏ ਨੇ। ਹਾਂਜੀ, ਪੰਕਤੀ ਦੁਬਾਰਾ ਪੜੋ। ਲਖਮੀ ਦਾਸ ਅਨੁਜ ਤਿਨ ਪਇਓ। ਛੋਟੇ ਜੀ ਦਾ ਨਾਮ ਗੁਰੂ ਨਾਨਕ ਸਾਹਿਬ ਦੇ ਛੋਟੇ ਫਰਜ਼ੰਦ, ਉਹਨਾਂ ਦਾ ਨਾਮ ਸੀ ਬਾਬਾ ਲਖਮੀ ਦਾਸ ਜੀ। ਮਗ ਗ੍ਰਹਸਥ ਜਿਨ ਤਾਰਨ ਕਯੋ। ਉਹਨਾਂ ਨੇ ਗ੍ਰਸਤੀ ਦਾ ਮਾਰਗ ਧਾਰਨ ਕੀਤਾ। ਉਹਨਾਂ ਦਾ ਵਿਆਹ ਹੋਇਆ ਸੀ। ਗਿਆਨ ਬਿਖੈ ਜੁਗ ਪ੍ਰਾਤ ਸਮਾਨ। ਕਹਿੰਦੇ ਗਿਆਨ ਦੇ ਅੰਦਰ ਉਹਨਾਂ ਦੀ ਵੀ ਬਿਰਤੀ ਸਮਾਨ ਸੀਗੀ। ਸ਼੍ਰੀ ਨਾਨਕ ਕੇ ਪੁੱਤਰ ਸੁਜਾਨ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਹੁਤ ਸਿਆਣੇ ਪੁੱਤਰ ਹੋਏ ਨੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ। ਧਰਮ ਚੰਦ ਪੋਤਰਾ ਪੁਨ ਪਇਓ। ਉਹਨਾਂ ਦਾ ਪੋਤਰਾ ਬਾਬਾ ਧਰਮਚੰਦ ਜੀ ਦੇ ਪੁੱਤਰ ਦਾ ਨਾਮ ਸੀਗਾ, ਦੁਬਾਰਾ ਪੜੋ ਜੀ। ਧਰਮ ਚੰਦ ਪੋਤਰਾ ਪੁਨ ਪਇਓ। ਲਖਮੀ ਦਾਸ ਜੀ ਦੇ ਪੁੱਤਰ ਦਾ ਨਾਮ ਬਾਬਾ ਧਰਮਚੰਦ ਜੀ ਸੀਗਾ, ਗੁਰੂ ਨਾਨਕ ਸਾਹਿਬ ਦਾ ਪੋਤਰਾ ਲੱਗਦਾ ਸੀ। ਜਿਸ ਤੇ ਬੰਸ਼ ਬੇਦੀ ਅਨਥਿਓ। ਉਹਨਾਂ ਤੋਂ ਅੱਗੇ ਬੇਦੀ ਬੰਸ ਚੱਲੀ ਹੈ। ਇੱਕ ਦਿਨ ਕਰ ਅਖੇਰ ਕਹੋ ਆਏ। ਇੱਕ ਦਿਨ ਬਾਬਾ ਜੀ ਜਦੋਂ ਅਖੇਰ ਤੋਂ ਆਏ, ਗੁਰੂ ਨਾਨਕ ਸਾਹਿਬ ਮਹਾਰਾਜ ਦੇ
ਛੋਟੇ ਫਰਜ਼ੰਦ ਬਾਬਾ ਲਖਮੀ ਦਾਸ ਜੀ ਸ਼ਿਕਾਰ ਖੇਡ ਕੇ ਆਏ। ਸ਼ਸ਼ ਹੱਥ ਅਸ ਦੁਹ ਦਿਸ਼ ਲੜਕਾਏ। ਸ਼ਸ਼, ਦੁਬਾਰਾ ਪੜੋ। ਸ਼ਸ਼ ਹੱਥ ਅਸ ਦੁਹ ਦਿਸ਼ ਲੜਕਾਏ। ਬਾਬਾ ਜੀ ਨੇ ਸ਼ਸ਼ ਹੱਥ, ਹੱਥ ਕਹਿੰਦੇ ਨੇ ਮਾਰਨਾ ਨੂੰ, ਖਰਗੋਸ਼ ਤੇ ਹਿਰਨ ਉਹਦਾ ਸ਼ਿਕਾਰ ਕਰਕੇ ਤੇ ਉਹ ਲਟਕਾਏ ਜਾਨਵਰ ਨਾਲ ਘਰ ਲਿਆ ਰਹੇ ਸੀਗੇ। ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾ ਗਏ ਨੇ। ਉਹਨਾਂ ਦੇ ਦੋ ਪੁੱਤਰ ਨੇ, ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ। ਬਾਬਾ ਲਖਮੀ ਦਾਸ ਜੀ ਸ਼ਿਕਾਰ ਖੇਡ ਕੇ ਜਾਨਵਰਾਂ ਨੂੰ ਨਾ ਟੰਗ ਕੇ ਡੰਡਿਆਂ ਦੇ ਨਾਲ ਬੰਨ੍ਹ ਕੇ ਨਾ ਅੰਦਰ ਲਿਆ ਰਹੇ ਨੇ। ਸ੍ਰੀ ਚੰਦ ਨੇ ਅਨੁਜ ਨੇ ਹਾਰਾ। ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਛੋਟੇ ਭਰਾ ਵੱਲ ਦੇਖਿਆ। ਕਿਰਪਾ ਜੁਗਤ ਹੋਏ ਬਾਕ ਉਚਾਰਾ। ਕਹਿੰਦੇ ਬੜੇ ਅਮੋਘ ਜਿਹੇ ਬਚਨ ਕਹਿ ਗਏ ਬਾਬਾ ਸ਼੍ਰੀ ਚੰਦ ਆਪਣੇ ਛੋਟੇ ਭਰਾ ਨੂੰ। ਦਿਨ ਪ੍ਰਤ ਅਨੇਕ ਜੀਵ ਕਹੋ ਕਾਵੈ। ਕਹਿੰਦੇ ਵੀਰ ਜੀ, ਛੋਟੇ ਭਰਾਤਾ ਜੀ, ਲਖਮੀ ਦਾਸ ਜੀ, ਸਾਰਾ ਦਿਨ ਸ਼ਿਕਾਰ ਖੇਡਿਆ, ਹਿਰਨਾਂ ਨੂੰ ਮਾਰਿਆ, ਖਰਗੋਸ਼ਾਂ ਨੂੰ ਜੰਗਲ ਦੇ ਅੰਦਰ ਸ਼ਿਕਾਰ ਕੀਤਾ ਹੈ। ਇਹਦਾ ਲੇਖਾ ਕੌਣ ਦੇਵੇਗਾ? ਜੀਵ ਹੱਤਿਆ ਕੀਤੀ ਹੈ ਤੁਸੀਂ, ਇਹਦਾ ਲੇਖਾ ਕੌਣ ਦੇਵੇਗਾ? ਇਹ ਲੇਖਾ ਦੇਨੋ ਬਨ ਆਵੈ। ਇਹ ਲੇਖਾ ਦੇਣਾ ਪਵੇਗਾ ਹੁਣ, ਇਹਦਾ ਲੇਖਾ ਦੇਣਾ ਬਣਦਾ ਹੈ। ਕਹਿਓ ਪ੍ਰਾਤ ਕੋ ਨਹੀਂ ਸਹਾਰਾ। ਭਰਾ ਦੇ ਬਚਨ ਸਹਾਰ ਨਾ ਸਕੇ। ਕਹਿੰਦੇ ਅਸੀਂ ਧਰਮਰਾਜ ਨੂੰ ਹੁਣੇ ਹੀ ਲੇਖਾ ਦੇ ਆਨੇ ਆ। ਘੋੜੀ ਦੇ ਉੱਤੇ ਸਵਾਰ ਹੋ ਕੇ ਸੱਚਖੰਡ ਨੂੰ ਜਾਣ ਲਈ ਤਿਆਰ ਹੋ ਪਏ। ਗਇਓ ਸਦਨ ਮੈਂ ਕੀਨ ਸਤਿਆਰਾ। ਘਰ ਦੇ ਅੰਦਰ ਗਏ, ਸਦਨ ਕਹਿੰਦੇ ਨੇ ਘਰ ਨੂੰ, ਘਰ ਦੇ ਅੰਦਰ ਗਏ, ਤਿਆਰੀ ਕਰ ਲਈ। ਘਰ ਵਾਲੀ ਨੂੰ, ਬੱਚੇ ਨੂੰ ਵੀ ਨਾਲ ਹੀ ਲੈ ਲਿਆ। ਆਪਨ ਭਾਰ ਜਾ ਲੈ ਸੁਤ ਸੰਗ। ਭਾਰਜਾ ਘਰ ਵਾਲੀ ਨੂੰ ਤੇ ਬੇਟੇ ਨੂੰ ਵੀ ਘੋੜੀ ਤੇ ਬਿਠਾ ਕੇ ਸੱਚਖੰਡ ਜਾਣ ਦੇ ਲਈ ਇੰਨੀ ਸਮਰੱਥਾ ਰੱਖਦੇ ਸੀ। ਧਾਰ ਸ਼ੀਘ੍ਰਤਾ ਚੜਿਓ ਤੁਰੰਗ। ਜਦੋਂ ਸ਼ੀਘਰਤਾ ਕੀਤੀ, ਘੋੜੇ ਦੇ ਉੱਤੇ ਚੜ ਗਏ। ਆਏ ਪ੍ਰਾਤ ਸੋ ਭਨਿਓ ਜਨਾਏ। ਤੇ ਅੰਮ੍ਰਿਤ ਵੇਲੇ ਜਦੋਂ ਬਾਹਰ ਨਿਕਲੇ ਘਰ ਦੇ ਅੰਦਰੋਂ, ਘੋੜੇ ਦੇ ਉੱਤੇ ਬੈਠੇ ਬੈਠੇ ਸੱਚਖੰਡ ਨੂੰ ਜਾਣ ਦੇ ਲਈ ਲੇਖਾ ਦੇਨ ਅਬ ਹੈ ਹਮ ਜਾਏ। ਆਪਣੇ ਵੱਡੇ ਭਰਾ ਬਾਬਾ ਸ਼੍ਰੀ ਚੰਦ ਨੂੰ ਕਹਿੰਦੇ ਅਸੀਂ ਧਰਮਰਾਜ ਨੂੰ ਹੁਣੇ ਹੀ ਲੇਖਾ ਦੇਣ ਚੱਲੇ ਹਾਂ। ਸੁਨਤ ਸ੍ਰੀ ਚੰਦ ਹਿਰਦੈ ਵਿਚਾਰਾ। ਬਾਬਾ ਸ਼੍ਰੀ ਚੰਦ ਜੀ ਨੇ ਸੋਚਿਆ ਜੇ ਇਹ ਹੁਣੇ ਹੀ ਸੱਚਖੰਡ ਸਾਰੇ ਪਰਿਵਾਰ ਦੇ ਨਾਲ ਚਲੇ ਗਏ, ਅਸੀਂ ਤਾਂ ਬਿਅੰਗਮ ਆ, ਗ੍ਰਸਤੀ ਧਾਰਨ ਨਹੀਂ ਕੀਤੀ, ਗੁਰੂ ਨਾਨਕ ਸਾਹਿਬ ਦੀ ਕੁਲ ਬੇਦੀ ਬੰਸ਼ ਧਰਤੀ ਦੇ ਉੱਤੇ ਨਹੀਂ ਰਹੇਗੀ। ਧਰਮ ਚੰਦ ਕੋ ਪਕੜ ਉਤਾਰਾ। ਤੇ ਬਾਬਾ ਸ਼੍ਰੀ ਚੰਦ ਜੀ ਨੇ ਘੋੜੇ ਤੇ ਸੱਚਖੰਡ ਜਾਂਦੇ ਲਖਮੀ ਦਾਸ, ਬਾਬਾ ਧਰਮਚੰਦ ਤੇ ਉਹਨਾਂ ਦੀ ਘਰਵਾਲੀ ਨੂੰ ਲੰਬੀ ਬਾਹ ਕਰਕੇ ਆਕਾਸ਼ ਦੇ ਉੱਤੋਂ ਹੀ ਉਤਾਰ ਲਿਆ। ਤੁਸੀਂ ਕਈ ਫੋਟੋਆਂ ਵੀ ਦੇਖੀਆਂ ਹੋਣਗੀਆਂ ਨੈਟ ਤੇ, ਉਹ ਲੰਬੀ ਬਾਹ ਕਰਕੇ ਬਾਬਾ ਸ਼੍ਰੀ ਚੰਦ ਜੀ, ਬਾਬਾ ਧਰਮਚੰਦ ਜੀ ਨੂੰ ਉਤਾਰ ਰਹੇ ਨੇ ਘੋੜੇ ਤੋਂ, ਤੇ ਉਹ ਬੇਦੀ ਬੰਸ ਬਾਬਾ ਸ਼੍ਰੀ ਚੰਦ ਜੀ ਨੇ ਰੱਖ ਲਿਆ। ਹਮ ਤੋ ਨਹਿ ਗ੍ਰਹਸਥ ਕੋ ਕਰਹੀ। ਅਸੀਂ ਤੇ ਗ੍ਰਸਤੀ ਨਹੀਂ ਹੋਏ। ਰਹਿ ਬੰਸ ਇਸ ਤੇ ਜਗ ਥਿਰਹੀ। ਪਰ ਇਹਨਾਂ ਤੋਂ ਫਿਰ ਬੰਸ਼ ਅੱਗੇ ਗੁਰੂ ਨਾਨਕ ਸਾਹਿਬ ਦੀ ਬੇਦੀ ਕੋਲ ਕਿਧਰੇ ਉਹ ਨਾ ਖਤਮ ਹੋ ਜਾਵੇ। ਸਹਤ ਪਾਰ ਜਾ ਗਇਓ ਨਾ ਆਇਓ। ਆਪਣੀ ਭਾਰਜਾ ਦੇ ਨਾਲ ਬਾਬਾ ਲਖਮੀ ਦਾਸ ਜੀ ਉਹ ਤਾਂ ਸੱਚਖੰਡ ਚਲੇ ਗਏ। ਅਵਲੋਕਤ ਨਰਗਨ ਬਿਸਮਾਇਓ। ਜਿੰਨੀ ਸੰਗਤ ਥੱਲੇ ਬੈਠੀ ਸੀਗੀ, ਨਾਮ ਜਪ ਰਹੀ ਸੀ, ਉਹ ਹੈਰਾਨ ਹੋ ਗਈ ਬਾਬਾ ਸ਼੍ਰੀ ਚੰਦ ਦਾ ਕੌਤਕ ਦੇਖ ਕੇ। ਧਰਮ ਚੰਦ ਤੇ ਚਲਿਓ ਬੰਸ। ਬਾਬਾ ਧਰਮਚੰਦ ਜੀ ਤੋਂ ਫਿਰ ਗੁਰੂ ਨਾਨਕ ਸਾਹਿਬ ਦੀ ਬੇਦੀ ਬੰਸ ਬੜੀ ਪ੍ਰਚਲਿਤ ਹੋਈ। ਨਾਮ ਜਪਵਾਇਆ, ਸੰਗਤ ਨੂੰ ਚੰਗੇ ਰਾਹ ਪਾਉਂਦੇ ਰਹੇ, ਗੁਰਬਾਣੀ ਦੇ ਨਾਲ ਜੋੜਦੇ ਰਹੇ। ਸਭ ਬੇਦੀ ਉਜਲ ਜਿਮ ਹੰਸ। ਕਹਿੰਦੇ ਬੇਦੀਆਂ ਦਾ ਬੰਸ ਬਹੁਤ ਉੱਜਲ ਹੋਇਆ, ਜਿਸ ਤਰ੍ਹਾਂ ਹੰਸ ਮੋਤੀ ਚੁਗਦੇ ਸੀਗੇ, ਉਹ ਵੀ ਗੁਰਬਾਣੀ ਦੇ ਮੋਤੀ ਚੁਗਦੇ ਸੀ। ਸ੍ਰੀ ਚੰਦ ਭਈ ਬਸਾਲਾ। ਬਾਬਾ ਸ਼੍ਰੀ ਚੰਦ ਜੀ ਬਹੁਤ ਸ਼ਕਤੀ ਵਾਲੇ ਮਹਾਪੁਰਸ਼ ਹੋਏ, ਜਿਨ੍ਹਾਂ ਤੋਂ ਉਦਾਸੀ ਸੰਪਰਦਾ ਚੱਲੀ। ਜਗ ਮਹਿ ਦੇਹ ਧਰੀ ਚਿਰ ਕਾਲਾ। ਉਹਨਾਂ ਨੇ ਆਪਣੀ ਸੰਸਾਰ ਤੇ ਤਕਰੀਬਨ 160 ਸਾਲ ਸਰੀਰ ਨੂੰ ਰੱਖਿਆ। 160 ਸਾਲ ਦੀ ਵਰੇ ਦੀ ਉਮਰ ਬਾਬਾ ਸ਼੍ਰੀ ਚੰਦ ਜੀ ਦੀ ਹੋਈ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਦਰਸ਼ਨ ਕੀਤੇ 6 ਪਾਤਸ਼ਾਹੀਆਂ ਦੇ। ਉਹਨਾਂ ਦਾ ਸੰਸਕਾਰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਕੀਤਾ ਸੀ। ਸਦਾ ਜੋਗ ਰਸ ਭੋਗਨ ਕਰਤੇ। ਤੇ ਉਹ ਜੋਗ ਰਸ ਦੇ ਅੰਦਰ ਸਦਾ ਰਹਿੰਦੇ ਸੀਗੇ, ਨਾਮ ਜਪਦੇ ਸੀ, ਪਰਮੇਸ਼ਵਰ ਦੇ ਨਾਮ ਦਾ ਆਨੰਦ ਲੈਂਦੇ ਸੀ। ਜਗਤ ਬਾਸ਼ਨਾ ਨਹਿ ਮਨ ਬਰਤੇ। ਜਗਤ ਦੇ ਅੰਦਰ ਵਾਸ਼ਨਾ ਹੀ ਨਹੀਂ ਸੀਗੀ। ਖਾਲਸਾ ਜੀ ਗੁਰੂ ਘਰ ਦੇ ਅੰਦਰ ਸ਼ੁਰੂ ਤੋਂ ਰੀਤੀ ਰਹੀ ਹੈ ਬਈ ਜਿਨ੍ਹਾਂ ਨੂੰ ਪਰਮੇਸ਼ਵਰ ਦੇ ਨਾਮ ਦੇ ਨਾਲ ਲਿਵ ਲੱਗਦੀ ਹੈ ਨਾ, ਉਹ ਜਗਤ ਦੀ ਵਾਸ਼ਨਾ ਦੇ ਨਾਲ ਪ੍ਰੇਮ ਨਹੀਂ ਕਰਦੇ। ਜਿਸ ਤਰ੍ਹਾਂ ਅੱਜ ਤੁਸੀਂ ਦੇਖਦੇ ਹੋ ਕਿ ਇਲੈਕਸ਼ਨਾਂ ਦੇ ਲਈ, ਕੁਰਸੀ ਦੇ ਲਈ ਬਹੁਤ ਲੋਕ ਲੜਦੇ ਨੇ, ਸਿੱਖ ਵੀ ਲੜਦੇ ਨੇ, ਹਿੰਦੂ ਮੁਸਲਮਾਨ, ਸਭ ਨੂੰ ਕੁਰਸੀ ਚਾਹੀਦੀ ਹੈ। ਪਰ ਪਹਿਲਾਂ ਐਸਾ ਨਹੀਂ ਹੁੰਦਾ ਸੀਗਾ। ਖਾਲਸੇ ਪੰਥ ਦੇ ਅੰਦਰ
ਜਦੋਂ ਦੂਸਰੇ ਜਥੇਦਾਰ ਬਾਬਾ ਦਰਬਾਰਾ ਸਿੰਘ ਜੀ, ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਜੇ, ਉਹਨਾਂ ਤੋਂ ਬਾਅਦ ਬਾਬਾ ਦਰਬਾਰਾ ਸਿੰਘ ਜੀ ਜਥੇਦਾਰ ਸੀਗੇ। ਜਦੋਂ ਤੀਸਰੇ ਜਥੇਦਾਰ ਬਣੇ, ਉਹਨਾਂ ਨੇ ਕਿਹਾ ਬਈ ਹੁਣ ਜਿਹੜੀ ਜਥੇਦਾਰੀ ਹੈ ਉਹ ਨਵਾਬ ਕਪੂਰ ਸਿੰਘ ਹੋਰਾਂ ਨੂੰ ਦਿੱਤੀ ਜਾਵੇ। ਨਵਾਬ ਕਪੂਰ ਸਿੰਘ ਹੋਰਾਂ ਨੂੰ ਕਿਸ ਤਰ੍ਹਾਂ ਜਥੇਦਾਰੀ ਮਿਲੀ? ਬਾਬਾ ਦਰਬਾਰਾ ਸਿੰਘ ਜੀ ਅੱਗੇ ਸੁਬੇਗ ਸਿੰਘ ਜੀ ਜਿਨ੍ਹਾਂ ਨੂੰ ਚਰਖੜੀ ਤੇ ਚਾੜਿਆ ਗਿਆ, ਸੁਬੇਗ ਸਿੰਘ ਤੇ ਸ਼ਹਿਬਾਜ਼ ਸਿੰਘ, ਉਹਨਾਂ ਨੇ ਜ਼ਕਰੀਆ ਖਾਨ ਤੋਂ ਨਾ ਨਵਾਬੀ ਲੈ ਕੇ ਆਏ। ਕਿਆ ਮਹਾਰਾਜ ਜ਼ਕਰੀਆ ਖਾਨ ਨੇ ਕਿਹਾ ਵੀ ਖਾਲਸੇ ਪੰਥ ਨੂੰ ਨਵਾਬੀ ਦਿੱਤੀ ਜਾਵੇ, ਤੇ ਸੰਗਤ ਦੇ ਅੰਦਰ ਅਲਾਉਡ ਨਹੀਂ ਸੀਗਾ ਵੀ ਕੋਈ ਵੀ ਬੰਦਾ ਅੰਦਰ ਆ ਕੇ ਨਵਾਬੀ ਰੱਖ ਦੇਵੇ। ਬਾਬਾ ਦਰਬਾਰਾ ਸਿੰਘ ਜੀ ਨੇ ਕਿਹਾ ਵੀ ਬਾਹਰ ਰੱਖ ਦਿਓ ਨਵਾਬੀ, ਸੰਗਤ ਦੇ ਪੈਰਾਂ ਦੇ ਅੰਦਰ, ਜੋੜੇ ਘਰ ਦੇ ਅੰਦਰ ਨਵਾਬੀ ਰੱਖਤੀ। ਜਿਸ ਤਰ੍ਹਾਂ ਇਹ ਲੜਾਈਆਂ ਹੁੰਦੀਆਂ ਵੀ ਮੈਨੂੰ ਬਿਠਾਓ ਗੱਦੀ ਦੇ, ਤੇ ਸਾਰੀ ਸੰਗਤ ਨੂੰ ਪੁੱਛਦੇ ਨੇ ਵੀ ਕਿਹਨੂੰ ਨਵਾਬੀ ਚਾਹੀਦੀ ਹੈ। ਸੰਗਤ ਦੇ ਸਿੰਘ ਕਹਿੰਦੇ ਅਸੀਂ ਤਾਂ ਪਾਤਸ਼ਾਹੀ ਕਰਨ ਆਏ ਆ, ਵੀ ਅਸੀਂ ਤਾਂ ਰਾਜ ਕਰਨ ਆਏ ਆ, ਨਵਾਬੀਆਂ ਥੋੜੀ ਨੌਕਰੀਆਂ ਥੋੜੀ ਕਰਨ ਆਏ ਆ। ਕੋਈ ਨਵਾਬੀ ਲੈਣ ਨੂੰ ਤਿਆਰ ਨਹੀਂ। ਭਾਈ ਸੁਬੇਗ ਸਿੰਘ ਨੇ ਫੇਰ ਕਿਹਾ ਬਾਬਾ ਜੀ ਨਵਾਬੀ ਤਾਂ ਲਓ, ਵੀ ਨਵਾਬੀ ਆਈ ਆ ਖਾਲਸੇ ਕੋਲ, ਨਵਾਬੀ ਤਾਂ ਜ਼ਰੂਰੀ ਹੈ, ਲਓ ਨਵਾਬੀ। ਖਾਲਸੇ ਨੇ ਕਿਹਾ ਵੀ ਸਾਨੂੰ ਨਵਾਬੀ ਨਹੀਂ ਚਾਹੀਦੀ। ਤੇ ਫਿਰ ਕਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮਨਾਮਾ ਲੈਣੇ ਆ, ਉਸ ਹਿਸਾਬ ਨਾਲ ਚੱਲਾਂਗੇ। ਹੁਕਮਨਾਮੇ ਦੇ ਅੰਦਰ ਬਚਨ ਆ ਗਿਆ, ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ। ਬਈ ਟਹਿਲ ਤੇ ਮਹਿਲ ਉਹਨੂੰ ਮਿਲਦੀ ਹੈ ਜਿਹੜਾ ਜਿਸ ਤੇ ਸਾਧੂ ਦੀ ਕਿਰਪਾ ਹੋਵੇ, ਸ਼ਬਦ ਦੀ ਕਿਰਪਾ ਹੋਵੇ। ਉਸ ਟਾਈਮ ਨਵਾਬ ਕਪੂਰ ਸਿੰਘ ਜੀ ਪੱਖਾ ਚੱਲ ਰਹੇ ਸੀ ਸੰਗਤ ਦੇ ਅੰਦਰ, ਤੇ ਕਿਹਾ ਵੀ ਇਹ ਸਿੱਖ ਸੇਵਾ ਕਰ ਰਿਹਾ ਇਸ ਵੇਲੇ, ਸਾਰੀ ਸੰਗਤ ਬੈਠੀ ਹੈ ਜਿਵੇਂ ਬਾਬਾ ਜੀ ਚੌਰ ਸਾਹਿਬ ਕਰ ਰਹੇ, ਨਵਾਬ ਕਪੂਰ ਸਿੰਘ ਜੀ ਸੰਗਤ ਦੇ ਉੱਤੇ ਪੱਖਾ ਚੱਲ ਰਹੇ ਸੀ, ਤੇ ਉਹਨਾਂ ਨੂੰ ਨਵਾਬੀ ਦੇ ਦਿੱਤੀ। ਤੇ ਉਹਨਾਂ ਨੇ ਅੱਗੋਂ ਨਵਾਬ ਬਣਨ ਤੋਂ ਬਾਅਦ ਪਹਿਲੀ ਸ਼ਰਤ ਉਹ ਕਹਿੰਦੇ ਮੈਂ ਖਾਲਸੇ ਪੰਥ ਨੂੰ ਬੇਨਤੀ ਕਰਨਾ ਚਾਹਨਾ ਕਿ ਮੈਂ ਘੋੜਿਆਂ ਦੀ ਲਿੱਦ ਚੱਕਦਾ, ਉਹ ਸੇਵਾ ਮੇਰੇ ਤੋਂ ਨਾ ਲਿੱਤੀ ਜਾਵੇ। ਮੈਂ ਪੱਖਾ ਝੱਲਦਾ ਸੰਗਤ ਤੇ ਉਹ ਸੇਵਾ ਨਾ ਲਿੱਤੀ ਜਾਵੇ। ਤੇ ਇਹ ਨਵਾਬੀ ਮੇਰੇ ਸਿਰ ਤੇ ਤਾਂ ਬੰਨੇ, ਪੰਜ ਪਿਆਰੇ ਇਹਨੂੰ ਆਪਣੇ ਪੈਰ ਦੇ ਨਾਲ ਇੱਕ ਵਾਰੀ ਛੁਆ ਦੇਣ ਤਾਂ ਕਿ ਮੈਨੂੰ ਪਤਾ ਲੱਗ ਜਾਵੇ ਵੀ ਹਮੇਸ਼ਾ ਮੈਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਹਿਣਾ ਹੈ। ਪਹਿਲੇ ਖਾਲਸਾ ਪੰਥ ਉਹ ਸੀਗਾ ਜੋ ਨਵਾਬੀ ਦੇ ਲਈ ਨਹੀਂ ਪਾਤਸ਼ਾਹੀ ਪਾਲਦੇ ਸੀਗੇ। ਸੋ ਖਾਲਸਾ ਜੀ ਐਸੀ ਪ੍ਰਕਾਰ ਚੌਥੇ ਜਥੇਦਾਰ ਸੁਲਤਾਨੇ ਕੌਮ ਜੱਸਾ ਸਿੰਘ ਜੀ ਆਹਲੂਵਾਲੀਆ, ਉਹਨਾਂ ਨਾਲ ਵੀ ਇਦਾਂ ਹੀ ਹੋਇਆ। ਜਦੋਂ ਉਹ ਸੇਵਾ ਕਰਦੇ ਸੀਗੇ ਤੇ ਉਹਨਾਂ ਨੇ ਨਵਾਬ ਕਪੂਰ ਸਿੰਘ ਜੀ ਨੂੰ ਕਿਹਾ ਇੱਕ ਵਾਰੀ ਸੰਗਤ ਦੇ ਅੰਦਰ, ਬਾਬਾ ਜੀ ਮੈਂ ਦਿੱਲੀ ਦਾ ਤੇ ਮੈਂ ਹਿੰਦੀ ਚ ਬੋਲਦਾ, ਹਮ ਕੀ ਤੁਮ ਕੀ ਬੋਲਦੇ ਸੀਗੇ ਵੀ ਹਮਕੋ ਇਹ ਦੇ ਦਿਓ, ਹਮਕੋ ਦਾਲ ਕੀ ਬਾਲਟੀ ਦੇ ਦਿਓ। ਤੇ ਉਹ ਸਿੰਘਾਂ ਨੇ ਨਾ ਮਜ਼ਾਕ ਉਡਾਣਾ, ਉਹਨਾਂ ਦਾ ਨਾਂ ਰੱਖਤਾ ਹਮ ਕੀ ਤੁਮ ਕੀ, ਤੇ ਸਿੰਘਾਂ ਨੇ ਉਸ ਗੱਲ ਦਾ ਬੁਰਾ ਮੰਨਣਾ, ਉਹ ਜਿਹੜੇ ਪ੍ਰੇਮੀ ਸੀਗੇ ਜੱਸਾ ਸਿੰਘ ਜੀ ਦੇ। ਤੇ ਇੱਕ ਦਿਨ ਜੱਸਾ ਸਿੰਘ ਜੀ ਨੇ ਨਵਾਬ ਕਪੂਰ ਸਿੰਘ ਨੂੰ ਕਿਹਾ ਕਿ ਆ ਬਾਬਾ ਜੀ ਇਹ ਸਾਰੇ ਮੇਰਾ ਮਜ਼ਾਕ ਉਡਾਉਂਦੇ ਨੇ, ਮੈਨੂੰ ਹਮ ਕੀ ਤੁਮ ਕੀ ਬਹੁਤ ਕਹਿੰਦੇ ਨੇ, ਮੈਨੂੰ ਇਸ ਗੱਲ ਦਾ ਚੰਗਾ ਨਹੀਂ ਲੱਗਦਾ। ਉਹ ਕਹਿੰਦੇ ਸਿੰਘਾਂ ਦੀ ਗੱਲ ਦਾ ਗੁੱਸਾ ਨਹੀਂ ਮੰਨੀਦਾ ਹੁੰਦਾ, ਮੈਂ ਇਹਨਾਂ ਦੇ ਘੋੜਿਆਂ ਦੀ ਲਿੱਦ ਚੱਕਦਾ ਸੀ, ਇਹਨਾਂ ਨੇ ਮੈਨੂੰ ਨਵਾਬੀ ਦੇ ਦਿੱਤੀ, ਤੂੰ ਇਹਨਾਂ ਦੀ ਹਮ ਕੀ ਤੁਮ ਕੀ ਸੁਣ ਲੈ, ਤੈਨੂੰ ਇਹ ਸੁਲਤਾਨੇ ਕੌਮ ਬਣਾ ਦੇਣਗੇ। ਸਿੰਘਾਂ ਨੇ ਉਹ ਬਚਨ ਸੁਣ ਲਿਆ। ਤੇ ਜਦੋਂ ਨਵਾਬ ਕਪੂਰ ਜੱਸਾ ਸਿੰਘ ਜੀ ਆਹਲੂਵਾਲੀਆ ਜਦੋਂ ਨਵਾਬ ਬਣੇ, ਉਹਨਾਂ ਨੂੰ ਜਥੇਦਾਰੀ ਮਿਲੀ, ਬੁੱਢੇ ਦਲ ਦੇ ਚੌਥੇ ਜਥੇਦਾਰ ਬਣੇ, ਤਦੋਂ ਖਾਲਸੇ ਪੰਥ ਨੂੰ ਉਹ ਬਚਨ ਚੇਤੇ ਸੀਗਾ। ਜਦੋਂ ਦਿੱਲੀ ਫਤਿਹ ਕੀਤੀ ਖਾਲਸੇ ਨੇ, ਤਦੋਂ ਉਹਨਾਂ ਨੂੰ ਫਿਰ ਸੁਲਤਾਨੇ ਕੌਮ ਬਣਾਇਆ। ਕਿਹਾ ਇਹ ਜਥੇਦਾਰ ਨਵਾਬ ਕਪੂਰ ਸਿੰਘ ਜੀ ਦਾ ਬਚਨ ਪੂਰਾ ਕਰਨਾ ਹੈ, ਕਿਉਂਕਿ ਨਵਾਬ ਕਪੂਰ ਸਿੰਘ ਜੀ ਦੇ ਬਚਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਮੰਨਦੇ ਸੀਗੇ। ਸੋ ਐਸੀ ਖਾਲਸੇ ਦੀ ਰੀਤ ਰਹੀ ਹੈ ਕਿ ਅੱਜ ਜਿਵੇਂ ਅੱਜ ਲੜਾਈਆਂ ਹੁੰਦੀਆਂ ਵੀ ਮੈਂ ਗੱਦੀ ਤੇ ਬਹਿਣਾ, ਆਪਾਂ ਦੇਖਦੇ ਹੀ ਹਾਂ ਹਾਲਾਤ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਲੜਾਈਆਂ ਹੋ ਰਹੀਆਂ ਵੀ ਮੈਂ ਗੱਦੀ ਤੇ ਬਹਿਣਾ ਹੈ। ਪਹਿਲੇ ਖਾਲਸੇ ਪੰਥ ਦੇ ਅੰਦਰ ਹੁੰਦਾ ਸੀ ਵੀ ਅਸੀਂ ਗੱਦੀ ਤੇ ਬਹਿਣਾ ਹੀ ਨਹੀਂ ਹੈ, ਗੁਰੂ ਦੀ ਸੇਵਾ ਨੂੰ ਪਹਿਲ ਸੀਗੀ। ਇਸ ਕਰਕੇ ਖਾਲਸਾ ਜੀ ਜਿਹੜਾ ਸੇਵਾ ਕਰਦਾ ਹੈ, ਮਹਾਰਾਜ ਦੀ ਬਾਣੀ ਕਹਿੰਦੀ ਹੈ ਟਹਿਲ ਮਹਿਲ ਤਾਂ ਕੋ ਮਿਲੇ, ਟਹਿਲ ਤੇ ਮਹਿਲ ਉਹਦੀ ਲੋਕੀ ਟਹਿਲ ਕਰਨ ਲੱਗ ਜਾਂਦੇ ਨੇ, ਸੇਵਾ ਕਰਨ ਲੱਗ ਜਾਂਦੇ, ਉਹਨੂੰ ਮਹਿਲ ਮਿਲ ਜਾਂਦੇ ਨੇ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ। ਸੋ ਇੰਨੇ ਕੁ ਬਚਨ ਪ੍ਰਵਾਨ ਕਰਨੇ। ਬਾਬਾ ਸ਼੍ਰੀ ਚੰਦ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਪਿੱਛੇ ਤੁਸੀਂ ਸਰਵਣ ਕਰ ਰਹੇ ਹੋ। ਹੁਣ ਗੁਰੂ ਅੰਗਦ ਦੇਵ ਜੀ ਦਾ ਇਤਿਹਾਸ ਸ਼ੁਰੂ ਹੋਣਾ ਹੈ, ਬਾਬਾ ਸ਼੍ਰੀ ਚੰਦ ਜੀ ਤੋਂ ਇਤਿਹਾਸ ਸ਼ੁਰੂ ਹੋਇਆ, ਉਹ ਅਸੀਂ ਕੱਲ ਦੇ ਪ੍ਰਕਰਨਾਂ ਦੇ ਅੰਦਰ ਸਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਦੇ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਨਾ ਸਖੇ ਦੀਨ ਦਰਦ ਨਿਵਾਰ, ਹੇ ਸਮਰਾਥੇ ਅਗੰਮ ਪੂਰਨ ਮੋਹਿ ਮਇਆ ਧਾਰ, ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ,
ਆਏ ਪ੍ਰਭ ਸਰਨਾਗਤੀ। ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਫਾਹੇ ਕਾਟੇ ਮਿਟੇ ਗਵਨ, ਫਤਿਹ ਭਈ ਮਨ ਜੀਤ। ਨਾਨਕ ਗੁਰ ਤੇ ਥਿਤ ਪਾਈ, ਫਿਰ ਨ ਮਿਟੇ ਨਿਤ ਨੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਸੰਗਤ ਕੋਝ ਸੋਚ ਨ ਰਾਤੇ, ਮੇਰਾ ਕਰਮ ਫਟਿਲ ਤਾਰੇ।